ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੇਲ ਸਿੰਘ ਜੀ, ਤੁਹਾਡਾ ਕੁਐਸਚਨ ਜਿਹੜਾ ਕੀ ਸੀਗਾ, ਹੁਣ ਦੁਬਾਰਾ ਬੋਲਿਓ। ਕਿ ਜਿਹੜਾ ਪੌਣ ਸਮ ਕਰਦੇ ਆ, ਇੱਕ ਆਪਾਂ ਜੀ ਸਮ ਦ੍ਰਿਸ਼ਟੀ ਕਰਦੇ ਆ, ਇੱਕ ਪੌਣ ਸਮ ਕਰਦੇ ਆ। ਜੇਕਰ ਅਸੀਂ ਕਈ ਕਹਿੰਦੇ ਹੈਗੇ ਆ ਕਿ ਬਹੁਤ ਜ਼ਿਆਦਾ ਲੰਮਾ ਕਈ ਕਈ ਸਾਲ ਹੀ ਤੋਂ ਬਾਅਦ ਹੁੰਦੀ ਆ, ਪਰ ਜੇਕਰ ਸਾਨੂੰ ਸਹੀ ਤਰੀਕਾ ਆ ਜਾਵੇ ਤੇ ਇਹ ਜਲਦੀ ਵੀ ਹੋ ਜਾਂਦੀ ਹੈਗੀ। ਕਿ ਇਹ ਠੀਕ ਹੈ ਤਾਂ ਜਲਦੀ ਹੋਣੀ ਕਿ ਗਲਤ ਹੈ ਜੀ? ਅੱਛਾ, ਦੇਖੋ, ਪੌਣ ਸਮ ਕਰਨੀ ਜਿਹੜੀ ਹੈਗੀ ਇਹ ਹੈਗਾ ਫਿਜ਼ੀਕਲ ਚੀਜ਼ ਹੈਗੀ ਆ ਇਹ। ਬਿਲਕੁਲ ਠੀਕ ਹੈ ਜੀ। ਹਾਂ, ਦੋਨੋਂ ਨਾਸਿਕਾ ਦੇ ਵਿੱਚ ਪੌਣ ਸਮ ਕਰਨੀ ਫਿਜ਼ੀਕਲ ਹੈ। ਦੇਖੋ, ਇਹ ਮੇਰੇ ਕੋਲ ਨਾ ਆ ਦੇਖੋ ਹੈ ਔਟਰੀਵਿਨ, OTRIVIN, ਔਟਰੀਵਿਨ। ਆ ਨੱਕ 'ਚ ਪਾਉਣ ਵਾਲੀ ਦਵਾਈ ਹੈਗੀ ਆ। ਇਹਦੀ ਇੱਕ ਇੱਕ ਬੂੰਦ ਪਾ ਲਓ, ਦੋਨੋਂ ਨੱਕ ਜਿਹੜੇ ਹੈਗੇ ਬਿਲਕੁਲ ਸਮ ਹੋ ਜਾਣਗੇ, ਬਿਲਕੁਲ ਪੌਣ ਸਮ ਹੋ ਜਾਏਗੀ ਤੁਹਾਡੀ। ਨਾ ਕੋਈ ਨਾ ਕੋਈ ਭਗਤੀ ਦੀ ਲੋੜ ਹੈ, ਨਾ ਕੁਛ ਕਰਨ ਦੀ ਲੋੜ ਹੈ। ਹਾਂਜੀ, ਤੇ ਇਹਦੇ ਵਿੱਚ ਤਾਂ ਉਦਾਂ ਦੂਸਰੇ ਕਰਨ ਦੇ ਵਿੱਚ ਕੋਈ ਫਰਕ ਹੈ ਜੀ? ਮੈਂ ਇਹ ਗੱਲ ਨਹੀਂ, ਮੈਂ ਇੱਕ ਸੈਕਿੰਡ, ਆਪਾਂ ਉਸੇ ਪੁਆਇੰਟ ਤੇ ਆਵਾਂਗੇ। ਪਰ ਜਿਹੜਾ ਹੈਗਾ ਇਹ ਬਹੁਤ ਜਿਹੜਾ ਹੈ ਨਾ, ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਸਵਾਲ ਹੈਗਾ। ਤੇ ਔਰ ਜਿਹੜਾ ਹੈਗਾ, ਜਦ ਤੱਕ ਤੁਹਾਡੀ ਜਿਹੜੀ ਹੈਗੀ ਨਾ ਪੌਣ ਸਮ ਨਹੀਂ ਹੋਏਗੀ ਦੋਨੋਂ, ਕਿਉਂਕਿ ਪੌਣ ਸਮ ਕਿਉਂ ਨਹੀਂ ਹੁੰਦੀ? ਕਿਉਂਕਿ ਉੱਥੇ ਬਲਗਮ ਜਮੀ ਹੁੰਦੀ ਆ। ਉਹ ਨਾਸਿਕਾ ਦੇ ਵਿੱਚ ਜਿਹੜੀ ਆ ਬਲਗਮ ਜਮੀ ਹੁੰਦੀ। ਬਲਗਮ ਕਿਉਂ ਜੰਮਦੀ ਆ? ਕਿਉਂਕਿ ਜਿਹੜੀ ਹੈਗੀ ਆ ਤੁਹਾਡੇ ਜਿਹੜੇ ਹੈਗੇ ਆ ਉਹ ਜਿਹੜੇ ਜੇ ਆਯੁਰਵੇਦ ਦੇ ਅਨੁਸਾਰ ਜਿਹੜੇ ਹੈਗੇ ਨਾ, ਉਹ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਕੀ ਕਹਿੰਦੇ ਆ ਉਹਨੂੰ, ਜਿਹੜੇ ਹੈਗੇ ਇੱਕ ਕਹਿੰਦੇ ਆ ਬਲਗਮ ਜਿਹੜੀ ਵਾਤ ਪਿੱਤ ਕਫ। ਹਾਂ, ਵਾਤ ਪਿੱਤ ਕਫ। ਇਹ ਕਫ ਜਿਹੜਾ ਹੈਗਾ ਇਹ ਜਾ ਕੇ ਜੰਮਦਾ। ਕਿਉਂ ਜੰਮਦਾ? ਇਹ ਕਫ ਜ਼ਿਆਦਾ ਕਿਉਂ ਹੋ ਜਾਂਦਾ? ਕਿਉਂਕਿ ਆਪਣਾ ਖਾਣਾ ਜਿਹੜਾ ਹੈਗਾ, ਜੋ ਆਪਣਾ ਭੋਜਨ ਹੁੰਦਾ ਹੈ, ਉਹ ਆਪਣਾ ਜਿਹੜਾ ਹੈਗਾ ਆਪਾਂ ਜ਼ਿਆਦਾ ਲੈਂਦੇ ਹਾਂ, ਭੋਜਨ ਜ਼ਿਆਦਾ ਲੈਂਦੇ ਹਾਂ ਅਤੇ ਕਫ ਵੱਧਦੀ ਹੈ। ਅਤੇ ਜਿਹੜਾ ਹੈਗਾ ਹੁਣ ਮੇਰਾ ਗਲਾ ਕਿਉਂ ਬੰਦ ਹੋ ਜਾਂਦਾ ਹੈ? ਜਿਹੜਾ ਹੈਗਾ ਮੈਨੂੰ ਐਕਚੁਅਲੀ ਕੀ ਹੈ, ਸ਼ੂਗਰ ਦੀ ਪ੍ਰੋਬਲਮ ਹੈਗੀ ਆ। ਇਸ ਕਰਕੇ ਜਿਹੜਾ ਹੈਗਾ ਮੈਂ ਜੋ ਖੁਰਾਕ ਲੈਂਦਾ ਹੈ, ਉਹ ਖੁਰਾਕ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਜਿਹੜੀ ਹੈਗੀ ਬਰਨ ਨਹੀਂ ਹੋ ਪਾਉਂਦੀ। ਅਤੇ ਇਸ ਕਰਕੇ ਜਿਹੜੀ ਹੈਗੀ ਕਫ ਬਣਦੀ ਆ। ਔਰ ਕਫ ਬਣਦੀ ਆ ਅਤੇ ਉਹ ਫਿਰ ਜਿਹੜਾ ਹੈਗਾ ਤੁਹਾਡਾ ਨੱਕ ਨੂੰ ਵੀ ਅਤੇ ਗਲੇ ਨੂੰ ਵੀ ਇਹ ਜਿਹੜੀ ਹੈਗੀ ਆ ਉਹ ਬਲੋਕ ਕਰਦੀ ਹੈ। ਅਤੇ ਖੁਰਾਕ ਜਿਹੜੀ ਹੈਗੀ ਜਿੰਨੀ ਆਪਣੇ ਸਰੀਰ ਨੂੰ ਜਿਹੜਾ ਹੈਗਾ ਸਾਇੰਸ ਦੇ ਹਿਸਾਬ ਨਾਲ ਜਿੰਨੀ ਕੁ ਖੁਰਾਕ ਦੀ ਲੋੜ ਹੈ, ਜੇ ਉਸ ਤੋਂ ਵੱਧ ਖੁਰਾਕ ਲਵਾਂਗੇ ਅਤੇ ਐਨਰਜੀ ਹੈਗੀ ਉਹ ਜਿਹੜੀ ਹੈਗੀ ਉਹਨੇ ਜਾ ਕੇ ਜਿਹੜਾ ਹੈਗਾ ਇਹ ਵਾਤ ਪਿੱਤ ਕਫ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੇ ਇਹਨਾਂ ਦਾ ਬੈਲੈਂਸ ਵਿਗਾੜ ਦੇਣਾ। ਔਰ ਕਫ ਜਿਹੜਾ ਹੈਗਾ ਇਹ ਫਿਰ ਜਿਹੜਾ ਹੈਗਾ ਤੁਹਾਡੀ ਪੌਣ ਸਮ ਨਹੀਂ ਹੋਏਗੀ। ਔਰ ਇਹਦੇ ਵਾਸਤੇ ਜਿਹੜਾ ਹੈਗਾ ਜੇ ਭਗਤੀ ਚਾਹੀਦੀ ਹੈ, ਜੇ ਉਚਾਈ ਚਾਹੀਦੀ ਹੈ, ਅਤੇ ਆਪਾਂ ਨੂੰ ਜਿਹੜਾ ਹੈਗਾ ਬਾਣੀ ਤਾਂ ਕਹਿੰਦੀ ਹੈ ਕਿ ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਅੰਨ ਪਾਣੀ ਥੋੜ੍ਹਾ ਖਾਵੇ, ਅੰਨ ਪਾਣੀ ਥੋੜ੍ਹਾ। ਬਿਲਕੁਲ ਬਾਣੀ ਤਾਂ ਜਿਹੜੀ ਹੈ ਇਹ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਸਵਾਦ ਜਿਹੜਾ ਸਨਾਹ ਹੈਗਾ ਇਹਨੇ ਤਾਂ ਜਿਹੜਾ ਹੈਗਾ ਅੰਦਰ ਵੜਨ ਨਹੀਂ ਦੇਣਾ। ਸਵਾਦ ਨੇ ਭਗਤੀ ਕਰਨੀ ਨਹੀਂ ਦੇਣੀ ਜਿਹੜੀ ਹੈਗੀ ਇਹ ਸਵਾਦ। ਜਦ ਤੱਕ ਆਪਾਂ ਸਵਾਦ ਦੇ ਕਾਰਨ ਭੋਜਨ ਖਾਂਦੇ ਹਾਂ, ਇਹਨੇ ਆਪਣੀ ਚੜਾਈ ਨਹੀਂ ਹੋਣ ਦੇਣੀ। ਟੋਪ ਮਮਤਾ ਕੋ, ਮਮਤਾ ਦਾ ਟੋਪੀ ਹੈਗੀ ਆਪਣੇ ਕੋਲ। ਮਮਤਾ ਵੀ ਆ ਵੀ ਮੇਰੀ, ਆ ਮੇਰਾ ਘਰ, ਮੇਰੀ ਘਰਵਾਲੀ, ਮੇਰੇ ਬੱਚੇ, ਮੇਰਾ ਫਲਾਨਾ। ਇਹ ਮਮਤਾ ਹੈਗੀ, ਮੋਹ ਹੈਗਾ ਇਹਦੇ ਨਾਲ। ਕੁਬੁੱਧੀ ਹੈਗੀ ਆਪਣੀ, ਭੈੜੀ ਮੱਤ ਹੈਗੀ, ਸਮ ਦ੍ਰਿਸ਼ਟੀ ਨਹੀਂ ਹੈਗੀ। ਅਤੇ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਇਉਂ ਗੜ ਲਿਓ ਨਾ ਜਾਏ। ਅਤੇ ਤ੍ਰਿਸ਼ਨਾ ਫਿਰ ਲੱਗੀ ਰਹਿੰਦੀ ਹੈ ਪਦਾਰਥਾਂ ਦੀ, ਹਰ ਇੱਕ ਚੀਜ਼ ਦੀ। ਇਸ ਤਰ੍ਹਾਂ ਤਾਂ ਕਹਿੰਦੇ ਕਬੀਰ ਜੀ ਕਹਿੰਦੇ, ਇਸ ਤਰ੍ਹਾਂ ਤਾਂ ਪਾਏ ਤੂੰ ਜਿਹੜਾ ਹੈਗਾ ਇਹ ਗੜ ਜਿਹੜਾ ਹੈਗਾ, ਇਹ ਸਰੀਰ ਜਿਹੜਾ ਹੈਗਾ ਇਹਦੇ ਅੰਦਰ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਾਲਕ ਨੇ ਪਾਏ ਆ, ਜਿਹੜੇ ਰਾਖੇ ਹੈਗੇ, ਇਹਨਾਂ ਨੇ ਤੈਨੂੰ ਅੰਦਰ ਆਤਮਾ ਤੱਕ ਜਾਣ ਨਹੀਂ ਦੇਣਾ ਪਾਏ। ਆਹ ਤਾਂ ਤਰੀਕਾ ਹੋ। ਇਸ ਤਰ੍ਹਾਂ ਤਾਂ ਤੂੰ ਜਿੱਤ ਨਹੀਂ ਸਕਦਾ ਜਦ ਤੱਕ ਤੂੰ ਸਵਾਦ ਤੇਰੇ ਅੰਦਰ ਬਰਕਰਾਰ ਹੈਗੇ। ਇਸ ਕਰਕੇ ਅਲਪ ਆਹਾਰ 'ਤੇ ਆਉਣਾ ਪਊਗਾ ਆਪਾਂ ਨੂੰ। ਜੇ ਆਪਾਂ ਭਗਤੀ ਚਾਹੁੰਦੇ ਹਾਂ ਤਾਂ ਅਲਪ ਆਹਾਰ 'ਤੇ ਆਉਣਾ। ਆਹ ਸਵਾਦ ਹੀ ਤਾਂ ਜਿਹੜਾ ਹੈਗਾ ਇਹੀ ਤਾਂ ਗੇਮ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਇਹ ਚੋਗਾ ਜਿਹੜਾ ਸੁੱਟਿਆ ਹੋਇਆ ਆ, ਇਹ ਸਾਰੇ ਸਵਾਦ ਜਿਹੜੇ ਹੈਗੇ ਆ, ਭੋਗ ਜਿਹੜੇ ਹੈਗੇ ਆ, ਇਹੀ ਜਿਹੜੀ ਗੇਮ ਹੈਗੀ ਆ।
ਤੇ ਇਸ ਵਾਸਤੇ ਜਿਹੜੀ ਹੈਗੀ ਪੌਣ ਸਮ ਔਰ ਆਪਾਂ ਜਦ ਧਿਆਨ ਸੀ ਉਹ ਸਮਾਂ ਲੱਗ ਜਾਂਦਾ ਹੈ, ਉਹਦੇ ਵਿੱਚ ਪੌਣ ਸਮ ਕਰਨ ਨੂੰ ਸਮਾਂ ਲੱਗ ਜਾਂਦਾ ਹੈ। ਉਹਦੇ ਨਾਲ ਜਿਹੜਾ ਹੈਗਾ ਸਵਾਸ ਹੌਲੇ ਹੁੰਦੇ ਆ ਜਦ ਧਿਆਨ ਦੇ ਵਿੱਚ ਬੈਠਦੇ ਆ ਅਤੇ ਸੁਣਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਿਹੜੇ ਹੈਗੇ ਵਿਚਾਰ ਬੰਦ ਕਰਦੇ ਹਾਂ ਅਤੇ ਸਵਾਸ ਘੱਟਦੇ ਆ, ਨਾਭੀ 'ਤੇ ਚਲੇ ਜਾਂਦੇ ਆ ਸਵਾਸ, ਅਤੇ ਉਦੋਂ ਵੀ ਪੌਣ ਸਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਉਹ ਜਿਹੜਾ ਹੈਗਾ ਉਹ ਆਪਾਂ ਜੇ ਉਹ ਖੁਰਾਕ ਜਿਹੜੀ ਹੈਗੀ ਇਹ ਸਵਾਦ ਜਿਹੜੇ ਹੈਗੇ ਜੇ ਇਹ ਵੱਧ ਲਵਾਂਗੇ ਅਤੇ ਉਹ ਵੀ ਉਹਦੇ ਵਿੱਚ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ ਔਰ ਮਨ ਜਿਹੜਾ ਹੈਗਾ ਉਹ ਠਹਿਰਦਾ ਨਹੀਂ ਹੈ। ਜਦ ਤੱਕ ਪੌਣ ਸਮ ਨਹੀਂ ਹੁੰਦੀ ਮਨ ਠਹਿਰਦਾ ਨਹੀਂ ਹੈ। ਇਹ ਸਾਰੇ ਇੰਟਰਲਿੰਕ ਹੈਗੇ ਆ ਭਾਈ। ਠੀਕ ਹੈ ਜੀ ਗੁਰਮੇਲ ਸਿੰਘ ਜੀ। ਹਾਂਜੀ ਵਾਹਿਗੁਰੂ ਜੀ, ਇੱਕ ਹੋਰ ਸੀ ਬੇਨਤੀ ਕਿ ਜਿਸ ਤਰ੍ਹਾਂ ਰਹਿਣ ਸਵਾਈ ਵਾਲੇ ਕਰਦੇ ਹੈਗੇ ਆ ਨਾ ਜੀ ਕੀਰਤਨ, ਕਿ ਜਦੋਂ ਵਾਹੇ ਕਹਿੰਦੇ ਆ ਅੰਦਰ ਨੂੰ ਸਵਾਸ ਪੂਰਾ ਭਰਦੇ ਆ, ਜਦੋਂ ਗੁਰੂ ਕਹਿੰਦੇ ਆ ਜੋਰ ਨਾਲ ਦੇ ਦੋਨਾਂ ਨੱਕ ਦੀਆਂ ਸੁਰਾਂ ਦੇ ਰਾਹੀਂ ਜੇਕਰ ਪੌਣ ਬਾਹਰ ਕੱਢੀ ਜਾਵੇ ਤਾਂ ਸਾਡੀ ਪੌਣ ਜਿਹੜੇ ਸੀ ਵਿਦਿਨ 5 ਮਿੰਟ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਜੀ ਸਮ। ਉਹ ਕਿਉਂਕਿ ਨਹੀਂ ਸਿਮਰਾ ਇਹ ਠੀਕ ਆ ਜਾਂ ਗਲਤ ਹੈ ਜੀ? ਨਹੀਂ ਦੇਖੋ, ਉਹਦੇ ਨਾਲ ਪਤਾ ਕੀ ਹੈ, ਉਹ ਫਿਜ਼ੀਕਲ ਐਕਸ਼ਨ ਹੈ। ਤੁਸੀਂ ਜਿਹੜਾ ਹੈਗਾ ਬਰਨ ਕਰ ਰਹੇ ਹੋ ਐਨਰਜੀ ਨੂੰ, ਉਹ ਐਨਰਜੀ ਬਰਨ ਕਰਨੀ ਸ਼ੁਰੂ ਕਰਤੀ ਤੁਸੀਂ। ਉਹ ਰਾਮਦੇਵ ਦਾ ਜਿਹੜਾ ਹੈਗਾ ਉਹ ਕਿਹੜਾ ਅਲੋਮ ਵਿਲੋਮ ਕਹਿੰਦੇ ਆ ਉਹਨੂੰ, ਕੀ ਕਹਿੰਦਾ ਹੈ ਉਹ ਜਿਹੜਾ ਉਹ ਸ਼ੁਰੂ ਕਰਤਾ ਤੁਸੀਂ। ਕਪਾਲਭਾਤੀ, ਹਾਂ ਕਪਾਲਭਾਤੀ, ਉਹ ਕਪਾਲਭਾਤੀ ਸ਼ੁਰੂ ਕਰਤਾ ਤੁਸੀਂ ਪੌਣ ਸਮ ਆਟੋਮੈਟਿਕਲੀ ਹੋ ਜਾਣੀ। ਜਦ ਤੁਸੀਂ ਜਿਹੜੀ ਐਨਰਜੀ ਜਿਹੜੀ ਹੈ ਬਰਨ ਕਰਨੀ ਸ਼ੁਰੂ ਕਰਤੀ, ਤੁਸੀਂ 10 ਮਿੰਟ ਕਰੋ 15 ਮਿੰਟ ਕਰੋ, ਤੁਹਾਡਾ ਇੱਕਦਮ ਪੌਣ ਸਮ ਹੋ ਜਾਏਗੀ ਬਿਲਕੁਲ। ਪਰ ਜਿਹੜੀ ਹੈਗੀ ਬਹੁਤ ਤੁਹਾਡੀ ਮਿਹਰਬਾਨੀ ਜੀ, ਬਹੁਤ ਗੱਲ ਸਮਝ ਗਿਆ ਮੈਂ ਜੋ ਤੁਸੀਂ ਕਹਿਣਾ ਚਾਹੁੰਦੇ, ਜੋ ਸਮਝਾਇਆ ਸਾਨੂੰ, ਬਹੁਤ ਤੁਹਾਡੀ ਮਿਹਰਬਾਨੀ। ਹਾਂ ਕਿਉਂਕਿ ਇਹ ਜਿਹੜੀ ਐਕਚੁਅਲ ਚੀਜ਼ ਪ੍ਰੋਬਲਮ ਤੇ ਭਗਤੀ ਜਿਹੜੀ ਆ ਮਨ ਦੀ ਹੈਗੀ ਨਾ। ਭਗਤੀ ਤਾਂ ਜਿਹੜੀ ਹੈ ਸੁਰਤ ਆਪਣੀ ਅੰਦਰ ਮਨ ਦੇ ਵਿੱਚ ਵੜਨੀ ਹੈ। ਭਗਤੀ ਤਾਂ ਉਹਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਹੈਗੀ ਜਿਹੜੀ ਸਪਿਰਿਚੁਅਲ ਜਰਨੀ ਤਾਂ ਉਹਦੇ ਨਾਲ ਹੋਣੀ ਹੈ, ਪਰ ਇਹ ਫਿਰ ਰਿਲੇਟਡ ਟੂ ਫਿਜ਼ੀਕਲ ਹੈਗੀ ਆ। ਬਸ ਹਾਂ, ਬਹੁਤ ਵਧੀਆ ਕੁਐਸਚਨ ਸੀਗਾ ਜੀ, ਬਹੁਤ ਵਧੀਆ, ਬਹੁਤ ਜ਼ਿਆਦਾ ਜਿਹੜਾ ਨਾ ਇਹਦੇ ਨਾਲ ਜਿਹੜਾ ਹੈਗਾ ਇਹ ਵੀਰ ਜੀ ਸੱਚਮੁੱਚ ਦਾ ਯੋਗ ਮਤ ਉਹ ਹੈ ਜਿਹੜੀ ਗੱਲ ਕਰ ਰਹੇ ਆ ਨਾ, ਉਹ ਯੋਗ ਮਤ ਕਿ ਜੀ ਆਪਾਂ ਫਿਜ਼ੀਕਲੀ ਐਕਸ਼ਨਸ ਦੇ ਨਾਲ ਕੌਣ ਸਮ ਕਰ ਲੈ ਮਤ ਹੈ ਜੀ। ਕਿਉਂਕਿ ਮੈਂ ਖੁਦ ਵੀ 12-13 ਸਾਲ ਯੋਗਾ ਕਰਵਾਉਂਦਾ ਰਿਹਾ, ਇਸ ਕਰਕੇ ਜਿਹੜਾ ਪ੍ਰੈਕਟੀਕਲ ਕਰਦਾ ਹੁੰਦਾ ਨਾ ਜੀ, ਮੈਂ ਜਿੰਨੇ ਵੀ ਪ੍ਰੈਕਟੀਕਲ ਕਰਦਾ ਬਹੁਤ ਜਲਦੀ ਹੋ ਜਾਂਦੇ। ਇਹ ਨਹੀਂ ਹੈ ਵੀ ਇਹਦੇ ਨਾਲ ਇਹ ਨਹੀਂ, ਦੇਖੋ ਇਹ ਨਹੀਂ ਹੈ ਕਿ ਇਹਦੇ ਨਾਲ ਕੁਛ ਹੋਣਾ ਨਹੀਂ, ਪਰ ਇਹਦੇ ਨਾਲ ਪਤਾ ਨਹੀਂ ਕਿੰਨੇ ਜਨਮ ਲੱਗ ਜਾਣ ਜਾਂ ਕਿੰਨਾ ਸਮਾਂ ਲੱਗ ਜੇ। ਇਟਸ ਅ ਲੌਂਗ ਜਰਨੀ। ਸ਼ਾਰਟਕਟ ਜਿਹੜਾ ਇਹ ਗੁਰਬਾਣੀ ਦੱਸ ਰਹੀ ਹੈ ਨਾ ਜੀ, ਇਹ ਸ਼ਾਰਟਕਟ ਵਾਹਿਗੁਰੂ। ਹਾਂ ਜਦ ਤੱਕ ਵੀਰ ਜੀ ਮੈਂ ਪ੍ਰੈਕਟੀਕਲ ਨਹੀਂ ਕਰ ਰਿਹਾ, ਤੁਹਾਡੀ ਮੈਂ ਸੰਗਤ ਕਰਦਾ ਨਾ, ਤੁਹਾਡੇ ਕੋਲ ਮੈਂ ਸਿੱਖਣਾ ਹੁੰਦਾ। ਹਰ ਘਰ ਰੋਜ਼ ਦਾ ਮੈਨੂੰ ਕੋਈ ਨਾ ਕੋਈ ਪ੍ਰੈਕਟੀਕਲ ਕਰਨ ਨੂੰ ਮਿਲ ਜਾਂਦਾ। ਉਹਦਾ ਪ੍ਰੈਕਟੀਕਲ ਕਰਕੇ ਫਿਰ ਮੈਂ ਉਹਦਾ ਦੇਖਦਾ ਵੀ ਆਹ ਕੀਤਾ ਸੀ, ਆਹ ਤੁਸੀਂ ਦੱਸਿਆ ਜੀ। ਆਹ ਪਹਿਲਾਂ ਵੀ ਇੱਕ ਵਾਰੀ ਗੱਲ ਹੋਈ ਸੀਗੀ ਜੀ, ਆਪਣੇ ਜਿਹੜਾ ਆਪਣੇ ਰਹਿਣ ਸਵਾਈ ਵਾਲਿਆਂ ਦਾ ਕੀਰਤਨ, ਤੇ ਉਦੋਂ ਮੈਂ ਇਹ ਕੀਤਾ ਸੀਗਾ ਕਿ ਕਿਸ ਤਰ੍ਹਾਂ ਇਸ ਨਾਲ ਹੋ ਸਕਦੀ ਪੌਣ ਸਮ ਕਿ ਨਹੀਂ ਜੀ। ਉਦੋਂ ਵੀ ਤੁਸੀਂ ਇਹਦਾ ਜ਼ਿਕਰ ਕੀਤਾ ਸੀਗਾ, ਤਾਂ ਮੈਂ ਭੁੱਲ ਗਿਆ ਹੁਣ ਇਸ ਵੇਲੇ ਵੀ ਤੁਸੀਂ ਕੀ ਕਿਹਾ ਸੀ, ਪਰ ਉਹ ਕਰਨਾ ਕੀ ਸੀ ਉਹ ਮੈਂ ਪ੍ਰੈਕਟੀਕਲ ਕਰ ਲਿਆ ਸੀ, ਇਸ ਕਰਕੇ ਮੈਨੂੰ ਜ਼ਿਆਦਾ ਤਾਂ ਇਹ ਵਿਚਾਰ ਕੀਤਾ ਜੀ। ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ ਜਿਹੜੀ ਇਹ ਵਿਚਾਰ ਹੋਈ ਹੈ ਨਾ, ਮਾਲਕ ਨੇ ਕਰਵਾਈ ਹੈ, ਬਹੁਤ ਵਧੀਆ ਜੀ। ਲਓ ਆਪਾਂ ਜਿਹੜੀ ਤੁਸੀਂ ਕਹਿੰਦੇ ਆ ਕਿ ਨੱਕ 'ਚ ਦਵਾਈ ਪਾਉਣੀ ਆ ਆਟਰੀਵਿਨ, ਕੀ ਇਹ ਕੈਮਿਸਟ ਵਗੈਰਾ ਤੋਂ ਮਿਲਦੀ ਹੋਣੀ ਹੈ? ਇਹ ਤਾਂ ਹਾਂ ਇਹ ਤਾਂ ਮਤਲਬ ਆਫ ਦੀ ਉਹ ਹੈਗੀ ਪ੍ਰਿਸਕ੍ਰਿਪਸ਼ਨ ਹੈਗੀ, ਕਿਤੋਂ ਮਰਜ਼ੀ ਲੈ ਲਓ ਤੁਸੀਂ। ਸਪੈਲਿੰਗ ਲਿਖ ਕੇ ਭੇਜਿਓ ਭਾਜੀ, ਉਹਦੇ ਚ ਚੈੱਕ ਕਰਾਂਗੇ ਕਿ ਮਤਲਬ ਭੇਜ ਦੂੰਗਾ। Will you send it on the group so I can buy that too? Sure. ਵੀਰ ਜੀ ਵੀ ਭਾਜੀ ਹੋ ਜਾਂਦੀ ਹੈ ਜਿੱਦਾਂ ਮਤਲਬ ਉਹ ਰਾਮਦੇਵ ਕਰਾਉਂਦਾ, ਮਤਲਬ ਇੱਕ ਨੱਕ ਤੋਂ ਸਾਹ ਬੰਦ ਕਰੋ, ਦੂਜੀ ਤੋਂ ਕੱਢੋ, ਮਤਲਬ ਫਿਰ ਇਹ ਤੁਹਾਡੀ ਜਿਹੜੀ ਹੈ ਨਾ 12 ਇਹ ਦਵਾਈ ਇੱਕ ਵਾਰੀ ਪਾ ਲਓ, 12 ਘੰਟੇ ਜਾਂ 16 ਘੰਟੇ ਤੱਕ ਤੁਹਾਡੀ ਪੌਣ ਸਮ ਰਹੇਗੀ। ਹਾਂਜੀ ਵੀਰ ਜੀ, ਇੱਕ ਹੋਰ ਬੇਨਤੀ ਸੀ, ਤੁਸੀਂ ਸ਼ੂਗਰ ਦੀ ਆਖਿਆ ਤੁਹਾਨੂੰ ਪ੍ਰੋਬਲਮ ਆ, ਜਿਹੜੇ ਸਾਂਝਣਾ ਦੇ ਪੱਤੇ ਹੁੰਦੇ ਨਾ ਜੀ, ਉਹਦਾ ਪਾਊਡਰ ਮਿਲ ਜਾਏ ਜਾਂ ਸਾਂਝਣਾ ਦੇ ਪੱਤੇ ਮਿਲ ਜਾਣ, ਉਹਦਾ ਪਾਊਡਰ ਕਰਕੇ ਤੁਸੀਂ ਪੀ ਕੇ ਅੱਧਾ ਚਮਚਾ ਹਰ ਰੋਜ਼ ਪਾਣੀ ਦੇ ਨਾਲ ਲੈ ਲਿਆ ਕਰੋ ਜੀ ਕਿਸੇ ਵੀ ਟਾਈਮ, ਤੇ ਸ਼ੂਗਰ ਬਰਾਬਰ ਨੋਰਮਲ ਰਹਿਣ ਲੱਗ ਪੈਂਦੀ ਹੈਗੀ ਆ। ਮੇਰੀ 121 ਹੁੰਦੀ ਆ ਹੁਣ, ਜਦੋਂ ਵੀ ਚੈੱਕ ਕਰਾਉਣਾ ਜੀ। ਪਹਿਲਾਂ 500-600 ਏਦਾਂ ਰਹਿੰਦੀ ਹੁੰਦੀ ਸੀ ਜੀ। ਨਹੀਂ ਮੇਰੀ ਤਾਂ ਇੰਨੀ ਨਹੀਂ, ਮੇਰੀ ਜਿਹੜੀ ਨਾ ਸ਼ੂਗਰ ਆਉਂਦੀ ਨਹੀਂ ਹੈ, ਪਰ ਹੁੰਦੀ ਜ਼ਰੂਰ ਹੈਗੀ ਆ। ਮੈਂ ਗੋਲੀ ਜਿਹੜੀ ਆ 2 ਗੋਲੀਆਂ ਤੋਂ ਵੱਧ ਜੇ ਲੈ ਲਾਂ ਤੇ ਮੇਰੀ ਸ਼ੂਗਰ ਘਟ ਜਾਂਦੀ ਹੈ। ਮੇਰੀ ਜਿਹੜੀ ਹੈਗੀ ਉਹ ਅਲੱਗ ਟਾਈਪ ਦਾ ਹੈਗਾ, ਜਿਹੜੀ ਨਾ ਹਾਂ ਪਰ ਸਾਂਝਣਾ ਦੇ ਪੱਤੇ ਖਾਓਗੇ ਨਾ ਜੀ, ਬਿਲਕੁਲ ਬਰਾਬਰ ਹੋ ਜਾਂਦੀ ਹੈ, ਨੋਰਮਲ ਨਾ ਵਧਣੀ ਨਾ ਘਟਣੀ ਜੀ। ਮੈਂ ਲੈ ਲੂੰਗਾ ਜੀ, ਲੈ ਲੂੰਗਾ, ਸ਼ੋਰ ਮੈਂ ਟਰਾਈ ਕਰ ਲੂੰਗਾ।
ਰਾਮਕਲੀ ਮਹੱਲਾ। ਅੱਛਾ, ਆਪਾਂ ਜਿਹੜੇ ਹੈ ਸਿੱਧ ਇਹ ਜਿਹੜੀ ਹੈਗੀ ਦੱਖਣੀ ਓਂਕਾਰ ਦੀ ਬਾਣੀ ਲੈ ਰਹੇ ਹਾਂ। ਇਹ 929 ਲਿਖ ਕੇ ਭੇਜ ਦਿਓ ਪਲੀਜ਼। ਹਾਂਜੀ, ਸਹੰਜਣਾ ਭਾਈ ਸਾਹਿਬ ਸਹੰਜਣਾ ਦੇ ਨੇ ਪੱਤੇ, ਪੱਤੇ ਕਹੇ ਨੇ ਉਹ ਵੀ ਲਿਖ ਕੇ ਭੇਜ ਦਿਓ। ਹਾਂਜੀ ਹਾਂਜੀ। ਸਹੰਜਣਾ ਦੇ ਪੱਤੇ ਜੀ। ਨਹੀਂ, ਇੱਥੋਂ ਜਿਹੜੇ ਹੈਗੇ ਆਪਾਂ ਨੂੰ ਇੱਥੋਂ ਟਰਾਈ ਕਰਾਂਗੇ ਨਾ ਆਪਾਂ। ਇੱਥੇ ਕੈਨੇਡਾ ਦੇ ਵਿੱਚ ਜਿਹੜੀ ਹੈ ਇਹ ਇੱਥੋਂ ਤੁਹਾਨੂੰ ਪੀਸੇ ਡਰਮ ਸਟਿਕ ਹੁੰਦੀ ਹੈ ਨਾ ਜੀ, ਡਰਮ ਸਟਿਕ। ਅੱਛਾ, ਡਰਮ ਸਟਿਕ। ਓਕੇ। ਰਾਮਕਲੀ ਮਹੱਲਾ ਪਹਿਲਾ, ਇਹ 929 ਅੰਗ ਦੇ ਉੱਤੇ ਹੈਗੇ 929, ਤੇ ਇਹ 929 ਤੋਂ ਸ਼ੁਰੂ ਹੋ ਕੇ ਬਾਣੀ 938 ਤੱਕ ਜਾਏਗੀ। 10 ਅੰਗ ਇਸ ਦੇ ਹੈਗੇ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਂਕਾਰ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਆ ਦੇਖੋ ਉੱਪਰ ਓਂਕਾਰ ਲਿਖਿਆ ਹੋਇਆ, ਥੱਲੇ ਇੱਕ ਓਂਕਾਰ, ਉਹ ਵੀ ਥੱਲੇ ਵੀ ਜਿਹੜਾ ਹੈਗਾ ਉਹਦੇ ਨਾਲ ਬਣਾਇਆ ਸਿੰਬਲ ਦੇ ਨਾਲ। ਰਾਮ ਦੋਨੋਂ ਇਕੱਠੇ ਹੀ ਆ ਗਏ, ਦੇਖ ਲਓ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਂਕਾਰ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਂਕਾਰ ਬ੍ਰਹਮਾ ਉਤਪਤ। ਕਹਿੰਦੇ ਓਂਕਾਰ ਉਹ ਪਰਮਾਤਮਾ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਜਿਹੜਾ ਆਤਮਾ ਰੂਪ ਹੈਗਾ ਮਾਲਕ ਪਰਮਾਤਮਾ ਬ੍ਰਹਮਾ ਉਤਪਤੇ। ਉਹ ਬ੍ਰਹਮ ਉਸ ਮਾਲਕ ਪਰਮਾਤਮਾ ਨੇ ਬ੍ਰਹਮਾ ਨੂੰ ਪੈਦਾ ਕੀਤਾ। ਓਂਕਾਰ ਕੀਆ ਜਿਨੇ ਚਿੱਤ, ਉਸ ਬ੍ਰਹਮਾ ਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਪਾਲਣ ਦੇ ਵਾਸਤੇ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਆਪਣਾ ਜੀਵਨ ਲਗਾਇਆ। ਓਂਕਾਰ ਸੈਲ ਜੁਗ ਪਏ। ਸੈਲ ਕਹਿੰਦੇ ਪਹਾੜ, ਕਹਿੰਦੇ ਜੋ ਜਿਹੜੇ ਹੈਗੇ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਪਲੈਨਟਸ, ਇਹ ਜਿਹੜੇ ਹੈਗੇ ਆ ਗਗਨ ਜੋ ਦਿਸ ਰਿਹਾ ਆਪਾਂ ਨੂੰ, ਇਹ ਸਾਰਾ ਇਹਦੇ ਵਿੱਚ ਜਿੰਨੇ ਵੀ ਹੈਗੇ, ਕਹਿੰਦੇ ਸਾਰਾ ਦਿਖਣ ਵਾਲੇ ਜਿਹੜੇ ਪਦਾਰਥ ਮੈਟਰ। ਓਂਕਾਰ ਸੈਲ ਜੁਗ ਪਏ, ਉਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਸਾਰਾ ਦਾ ਸਾਰੀ ਜਿਹੜੀ ਹੈਗੇ ਸੰਸਾਰ ਜਿਹੜਾ ਹੈਗਾ ਇਹਦੀ ਰਚਨਾ ਕੀਤੀ ਹੈ। ਇਹ ਜੋ ਦਿਸ ਰਿਹਾ ਹੈ ਆਪਾਂ ਨੂੰ ਸੰਸਾਰ, ਜੋ ਵੀ ਆਕਾਰ ਦਿਸ ਰਿਹਾ। ਯੁੱਗ ਕਿਉਂ ਲਿਖਿਆ ਹੋਇਆ ਇੱਥੇ? ਯੁੱਗ ਦਾ ਮਤਲਬ ਹੈਗਾ ਬਈ ਸਮਾਂ। ਯੁੱਗ ਦਾ ਮਤਲਬ ਹੈਗਾ ਟਾਈਮ। ਇਹ ਟਾਈਮ ਦੇ ਵਿੱਚ ਜਿਹੜਾ ਆਕਾਰ ਜਿਹੜਾ ਬਣਾਇਆ ਮਾਲਕ ਨੇ, ਇਸ ਨੂੰ ਟਾਈਮ ਦੇ ਵਿੱਚ ਬਣਾਇਆ। ਇਹ ਜਿਹੜਾ ਹੈਗਾ ਇਹ ਸੱਚ ਨਹੀਂ ਹੈਗਾ, ਇਹਦੀ ਲਿਮਿਟ ਹੈਗੀ ਆ, ਇਹਦੀ ਉਮਰ ਹੈਗੀ ਆ। ਓਂਕਾਰ ਸੈਲ ਜੁਗ ਪਏ, ਓਂਕਾਰ ਵੇਦ ਨਿਰਮੈ। ਔਰ ਗਿਆਨ ਜਿਹੜਾ ਹੈਗਾ ਉਹ ਵੀ ਉਸੇ ਮਾਲਕ ਪਰਮਾਤਮਾ ਤੋਂ ਹੀ ਗਿਆਨ ਦਾ ਨਿਰਮਾਣ ਹੋਇਆ ਆ। ਉਸੇ ਤੋਂ ਮਾਲਕ ਪਰਮਾਤਮਾ ਤੋਂ ਹੀ ਗਿਆਨ ਜਿਹੜਾ ਹੈਗਾ ਸੰਸਾਰ ਦੇ ਵਿੱਚ ਜਿਹੜਾ ਹੈਗਾ ਗਿਆਨ ਆਇਆ। ਗਿਆਨ ਦਾ ਸੋਰਸ ਵੀ ਉਹ ਮਾਲਕ ਪਰਮਾਤਮਾ ਹੀ ਹੈਗਾ। ਓਂਕਾਰ ਸ਼ਬਦ ਉਦਰੇ, ਉਸ ਮਾਲਕ ਪਰਮਾਤਮਾ ਓਂਕਾਰ ਜਿਹੜਾ ਹੈਗਾ ਉਸਨੇ ਜਿਹੜਾ ਹੈਗਾ ਇਹ ਗਿਆਨ ਦੇ ਵਿੱਚ ਜਿਹੜਾ ਹੈਗਾ। ਹੁਣ ਗਿਆਨ ਇਹ ਦੇਖੋ ਵੇਦ, ਓਂਕਾਰ ਹੈ ਵੇਦ ਨੇ। ਵੇਦ ਮਤਲਬ ਪਰਟੀਕੂਲਰ ਚਾਰ ਵੇਦ ਦੀ ਗੱਲ ਨਹੀਂ ਹੋ ਰਹੀ, ਗਿਆਨ ਦੀ ਗੱਲ ਹੋ ਰਹੀ ਹੈ। ਉਸ ਮਾਲਕ ਪਰਮਾਤਮਾ ਤੋਂ ਹੀ ਗਿਆਨ ਦਾ ਨਿਰਮਾਣ ਹੋਇਆ ਤੇ ਉਸ ਗਿਆਨ ਦੇ ਦੁਆਰਾ ਆ ਸ਼ਬਦ ਮਤਲਬ ਕੋਈ ਅੱਖਰ ਨਹੀਂ। ਉਸ ਗਿਆਨ ਦੇ ਦੁਆਰਾ ਉਹਦਾ ਪ੍ਰੈਕਟੀਕਲ ਕਰਕੇ ਜਿਹੜਾ ਸੰਸਾਰ ਸਮੁੰਦਰ ਤੋਂ ਮਾਲਕ ਨੇ ਜਿਹੜਾ ਆਪਾਂ ਨੂੰ ਭੇਜਿਆ ਹੈਗਾ, ਇਸ ਚੋਂ ਉਧਰ ਸਕਦੇ ਹਾਂ। ਓਂਕਾਰ ਸ਼ਬਦ ਉਧਰੇ। ਇਹ ਸ਼ਬਦ ਜਿਹੜਾ ਹੈਗਾ ਅੱਖਰ ਨਹੀਂ ਹੈਗਾ ਭਾਈ। ਸ਼ਬਦ ਜਿਹੜਾ ਹੈਗਾ ਪ੍ਰੈਕਟੀਕਲ ਹੈਗਾ। ਓਂਕਾਰ ਗੁਰਮੁਖੇ ਤਰੇ। ਕਿਸ ਤਰੀਕੇ ਦੇ ਨਾਲ? ਕਹਿੰਦੇ ਪਾਏ ਦੇਖੋ ਜਿਹੜੇ ਤਰੇ ਹੋਏ ਹੈਗੇ ਉਹਨਾਂ ਦੇ ਕੋਲੋਂ ਪ੍ਰੈਕਟੀਕਲ ਦਾ ਤਜਰਬਾ ਚਾਹੀਦਾ ਹੈ। ਓਂਕਾਰ ਗੁਰਮੁਖੇ ਤਰੇ। ਆ ਗੁਰਮੁਖ ਵਰਡ ਜਿਹੜਾ ਹੈਗਾ ਇਹ ਬਈ ਆ ਗੁਰਮੁਖੇ ਤਰ ਗਏ ਨਹੀਂ ਪਾਏ।
ਜਿਹੜੇ ਤਰੇ ਹੋਏ ਆ ਉਹਨਾਂ ਦਾ ਗਿਆਨ, ਉਹਨਾਂ ਦੇ ਮੁਖ ਤੋਂ ਜਿਹੜਾ ਗਿਆਨ ਆ ਰਿਹਾ ਹੈ ਪ੍ਰੈਕਟੀਕਲ ਗਿਆਨ, ਆਖਰੀ ਗਿਆਨ ਨਹੀਂ ਚਾਹੀਦਾ ਸਾਨੂੰ, ਉਹ ਪ੍ਰੈਕਟੀਕਲ ਕਰਕੇ ਜੋ ਉਹ ਕਹਿੰਦੇ ਆ ਭਾਈ ਉਹ ਗਿਆਨ। ਇੱਕ ਜਿਹੜਾ ਦੇਖੋ ਇਹਦੇ ਵਿੱਚ ਡੈਫੀਨੇਸ਼ਨਾਂ ਬਣ ਜਾਣਗੀਆਂ, ਇਹ ਐਸੀ ਬਾਣੀ ਹੈਗੀ ਆ। ਓਂਕਾਰ ਸ਼ਬਦ ਉਦਰੇ ਓਂਕਾਰ ਗੁਰਮੁਖ ਤਰੇ, ਓਮ ਨਮः ਅੱਖਰ ਸੁਣੋ ਵਿਚਾਰ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਅੱਗੇ ਨਤਮਸਤਕ ਹੋਣ ਦਾ, ਮਾਲਕ ਦੇ ਨਾਲ ਜਿਹੜਾ ਇੱਕ ਮਿਕ ਹੋਣ ਦਾ ਅੱਖਰ ਗਿਆਨ ਲੈ ਲਓ ਭਾਈ। ਓਮ ਨਮः ਅੱਖਰ ਸੁਣੋ ਵਿਚਾਰ, ਓਮ ਨਮः ਅੱਖਰ ਤਿਰਭਵਨ ਸਾਰ। ਕਹਿੰਦੇ ਧਰਤ ਪਤਾਲ ਆਕਾਸ਼ ਦੇ ਵਿੱਚ ਸਾਰ ਚੀਜ਼ ਹੈਗੀ ਹੈ, ਸਾਰ ਚੀਜ਼ ਹੈਗੀ ਹੈ ਭਗਤੀ। ਉਸ ਮਾਲਕ ਪਰਮਾਤਮਾ ਦੇ ਨਤਮਸਤਕ ਹੋ ਕੇ ਉਹਦੀ ਸ਼ਰਨ ਦੇ ਵਿੱਚ ਉਹਦੇ ਅੱਗੇ ਸਾਰਾ ਸਰੈਂਡਰ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ, ਇਹ ਅੱਖਰ ਸੁਣ ਲਓ, ਆਹ ਵਿਚਾਰ ਸੁਣ ਲਓ ਕਿਸ ਤਰ੍ਹਾਂ ਮਾਲਕ ਦੇ ਅੱਗੇ ਸਰੈਂਡਰ ਕਰਨਾ ਹੈ। ਮਾਲਕ ਦੇ ਅੱਗੇ ਸਰੈਂਡਰ ਕਰ ਦਿੱਤਾ ਤੇ ਆਪਾਂ ਪਾਰ ਹੋ ਗਏ। ਆਹ ਜੀਵਨ ਦਾ ਪ੍ਰਯੋਜਨ ਹੈਗਾ ਵੀ ਆਪਾਂ ਆਪਣੇ ਆਪ ਨੂੰ ਆਪਣੀ ਹਉਮੈ ਜਿਹੜੀ, ਆਪਣੀ ਹੋਂਦ ਜਿਹੜੀ ਹੈਗੀ ਮਿਟਾ ਦਿੱਤੀ। ਓਮ ਨਮः, ਬਸ ਨਤਮਸਤਕ ਹੋ ਗਏ, ਮੈਂ ਕੁਛ ਨਹੀਂ ਹੈਗਾ। ਓਮ ਨਮः ਅੱਖਰ ਸੁਣੋ ਵਿਚਾਰ, ਓਮ ਨਮः ਅੱਖਰ ਤਿਰਭਵਨ ਸਾਰ। ਆ ਤਿੰਨ ਭਵਨ ਧਰਤ ਪਤਾਲ ਆਕਾਸ਼ ਦੇ ਵਿੱਚ ਜੋ ਰਚਨਾ ਮਾਲਕ ਨੇ ਬਣਾਈ ਹੈ, ਇਹ ਸਾਰ ਹੈਗਾ ਭਾਈ, ਸਾਰ ਹੈਗਾ, ਜੀਵਨ ਦਾ ਸਾਰ ਹੈਗਾ। ਸੁਣੇ ਪਾਂਡੇ ਕਿਆ ਲਿਖੋ ਜੰਜਾਲਾ। हे ਗਿਆਨੀ, हे ਪੰਡਤ, ਤੂੰ ਕੀ ਲਿਖ ਰਿਹਾ ਹੈ ਆਪਣੇ ਮਨ ਦੇ ਉੱਤੇ, ਕੀ ਕਰ ਰਿਹਾ? ਕਿਉਂ ਮਾਇਆ ਨੂੰ ਲੈ ਕੇ ਮਾਇਆ ਦੇ ਵਿੱਚ ਗਲਤਾਨ ਹੋ ਕੇ ਮਾਇਆ ਦੇ ਸੰਸਕਾਰ ਆਪਣੇ ਮਨ ਦੇ ਉੱਤੇ ਲਿਖੀ ਜਾ ਰਹੇ? ਇਹ ਜਿਹੜੇ ਹੈਗੇ ਤੇਰੇ ਜਿਹੜੇ ਹੈਗੇ ਆ, ਇਹ ਲੀਹਾਂ ਜਿਹੜੀਆਂ ਹੈਗੀਆਂ ਪਤਾ ਨਹੀਂ ਕਿੰਨੇ ਜਨਮਾਂ ਤੱਕ ਜਿਹੜੀਆਂ ਮਿਟਣੀਆਂ ਨਹੀਂ। ਕਿਉਂ ਆਪਣਾ ਕਾਰਨ ਸ਼ਰੀਰ ਵਧਾ ਰਿਹਾ ਹੈ? ਸੁਣੇ ਪਾਂਡੇ ਕਿਆ ਲਿਖੋ ਜੰਜਾਲਾ। ਜੰਜਾਲਾ ਕੀ ਚੀਜ਼ ਹੈਗੀ ਆ ਜਿਹੜਾ ਹੈਗਾ, ਜੋ ਆਪਾਂ ਇਹ ਭਗਤੀ ਵੱਲ ਧਿਆਨ ਸਿਮਰਨ ਤੋਂ ਇਲਾਵਾ ਬਾਹਰ ਜਿਹੜਾ ਮੈਟਰ ਦੇ ਨਾਲ ਜਿੰਨਾ ਵੀ ਐਕਸ਼ਨ ਰਿਐਕਸ਼ਨ ਕਰਦੇ ਆ, ਉਹ ਸਾਰਾ ਜੰਜਾਲ ਆ ਭਾਈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖੇ ਗੋਪਾਲਾ। ਬਸ ਕਹਿੰਦੇ ਭਾਈ ਇਹ ਓ ਨਮः, ਇਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਪ੍ਰੈਕਟੀਕਲ ਜਿਹੜਾ ਹੈਗਾ ਰਾਮ ਦਾ ਨਾਮ, ਇਹਨੂੰ ਗੁਰੂ ਦੇ ਅਨੁਸਾਰ ਗੁਰਮੁਖੇ ਗੋਪਾਲਾ, ਉਸ ਮਾਲਕ ਪਰਮਾਤਮਾ ਦਾ ਨਾਮ ਇਹ ਲਿਖ ਲਾ ਭਾਈ। ਇਹ ਭਗਤੀ, ਆ ਸ਼ਬਦ ਅਭਿਆਸ, ਇਹ ਪ੍ਰੈਕਟੀਕਲ ਜਿਹੜਾ ਹੈਗਾ, ਪ੍ਰੈਕਟੀਕਲ ਕਰਨਾ ਆਪਣੇ ਅੰਦਰ, ਆਪਣੇ ਮਨ ਦੇ ਉੱਤੇ ਲਿਖ ਲਾ ਪਿਆਰਿਆ। ਰਹਾਉ ਦੀ ਪੰਕਤੀ ਹੈਗੀ, ਇਹ ਸਾਰੀ ਬਾਣੀ ਦਾ ਰਹਾਉ ਆਹੀ ਹੈਗਾ, ਸੈਂਟਰਲ ਆਈਡੀਆ ਬਾਣੀ ਦਾ ਆਹੀ ਹੈਗਾ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖੋ ਲਿਖਿਆ ਹੋਇਆ ਹੈ, ਕਾਦੇ ਵਾਸਤੇ ਲਿਖ ਰਿਹਾ ਆ? ਇਹ ਗਿਆਨੀਆਂ, ਕਾਹਦਾ ਗਿਆਨ ਹੈ ਤੈਨੂੰ ਜੇ ਤੂੰ ਮਾਇਆ ਹੀ ਆਪਣੇ ਅੰਦਰ ਲਿਖੀ ਜਾ ਰਿਹਾ? ਤੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖੇ ਗੋਪਾਲਾ। ਹਾਲੇ ਵੀ ਸਮਾਂ ਹੈਗਾ, ਹਾਲੇ ਵੀ ਸਵਾਸ ਹੈਗੇ, ਹਾਲੇ ਵੀ ਉਮਰ ਹੈਗੀ ਤੇਰੀ। ਲਿਖ ਲਾ ਆਪਣੇ ਅੰਦਰ, ਆਪਣੇ ਮਨ ਦੇ ਉੱਤੇ ਲਿਖ ਲਾ ਪਿਆਰਿਆ, ਆਪਣੇ ਮਨ ਦੇ ਉੱਤੇ ਲਿਖ ਲਾ, ਲਿਖ ਰਾਮ ਨਾਮ ਗੁਰਮੁਖੇ ਗੋਪਾਲਾ। ਇਹ ਲਿਖਣਾ ਕੀ ਹੈਗਾ? ਇਹ ਬਈ ਧਿਆਨ ਸਿਮਰਨ ਕਰ, ਸਮਾਂ ਤੇਰਾ ਜਾ ਰਿਹਾ ਹੈ, ਇਹ ਪ੍ਰੈਕਟੀਕਲ ਕਰ, ਕਰਨ ਵਾਲਾ ਕੰਮ ਹੈਗਾ। ਇਹ ਇਸ ਤਰ੍ਹਾਂ ਲਿਖਿਆ ਜਾਣਾ ਹੈ। ਜਿਉਂ-ਜਿਉਂ ਪ੍ਰੈਕਟੀਕਲ ਕਰਾਂਗੇ ਤੇ ਜਿਹੜਾ ਹੈਗਾ ਇਹ ਰਾਮ ਨਾਮ ਆਪਣੇ ਹਿਰਦੇ 'ਚ ਉਕੜਦਾ ਜਾਣਾ ਹੈ। ਇਹ ਮਾਲਕ ਦਾ ਪਿਆਰ ਵਧੀ ਜਾਣਾ ਹੈ, ਮਾਇਆ ਦਾ ਪਿਆਰ ਘਟੀ ਜਾਣਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖੇ ਗੋਪਾਲਾ।
ਰਹਾਓ। ਸੱਸੈ ਸਭ ਜਗ ਸਹਿਜੇ ਉਪਾਇਆ, तीन पवन एक ज्योति। देखो उस मालिक परमात्मा की भगती करनी है, उसका नाम लिखना है, उसके नाल जुड़ना हैगा, जिन्हें कि सारा संसार धरत पताल आकाश तीन पवन उस मालिक परमात्मा ने पैदा किया है। पैदा किया अपने विचों पैदा किया है। सस्सै सब जग, सस्सा अखर तो आपां नूं ज्ञान दे रहे महाराज। उस मालिक परमात्मा ने, सस्सै का मतलब है अखरां तो ज्ञान हैगा पाए, धद्दा दद्दा इस तरह अखरां तो ज्ञान देणगे, अखरां तो पोएट्री हैगी है। सस्सै सब जग सहजे उपाया, कहते मालिक नूं कोई टाइम नहीं लग्या, सहज दे विच ही जिहड़ा हैगा सारा संसार अपने विचों कढ़ता मालिक परमात्मा ने। मालिक परमात्मा कोई बंदा थोड़ी ना हैगा। वो मालिक परमात्मा जिहड़ा हैगा वो तो सर्व व्यापक है, सर्व व्यापक है। वो जोत हैगी आ, जोत। सस्सै सब जग सहजे उपाया, तीन पवन एक ज्योति। कहते तिन्ना भवनां दे विच वो मालिक परमात्मा ही हैगा। ये जोत दिस रहा है, ये सारा दा सारा मालिक परमात्मा दा उन्हें रूप धारिया होया है। वो असली रूप दे विच नहीं हैगा। ये ਉਹਦੀ शक्ति हैगी, वो जादूगर ਦੀ शक्ति है। जादू ਦੇ ਨਾਲ ਜਿਹੜਾ ਆਪਣੇ ਅੰਦਰੋਂ ਜਿਹੜਾ ਹੈਗਾ ਉਹਨੇ ਇਹ ਸਾਰਾ ਜਿਹੜਾ ਹੈਗਾ ਰਚ ਦਿੱਤਾ। ਸੱਸੈ ਸਭ ਜਗ ਸਹਿਜੇ ਉਪਾਇਆ, तीन पवन एक ज्योति। ਤਿੰਨਾਂ ਭਵਨਾਂ ਦੇ ਵਿੱਚ ਇੱਕੋ ਹੀ ਜੋਤ ਹੈ। ਮਹਾਰਾਜ ਤਾਂ ਤਿੰਨ ਭਵਨਾਂ ਦੇ ਵਿੱਚ ਇੱਕ ਜੋਤ ਕਹਿੰਦੇ। ਆਪਾਂ ਤਾਂ ਆਪਣੇ ਸਾਹਮਣੇ ਬੈਠੇ ਜਿਹੜੇ ਹੈਗੇ ਇੱਕ ਦੂਸਰੇ ਦੇ ਅੰਦਰ ਇੱਕ ਜੋਤ ਨਹੀਂ ਦੇਖਦੇ। ਆਪਾਂ ਤਾਂ ਦੂਸਰਾ ਤੀਸਰਾ ਸਾਡਾ ਆਪਾਂ ਤਾਂ ਉਸੇ ਵੇਲੇ ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਸਮ ਦ੍ਰਿਸ਼ਟੀ ਦੀ ਗੱਲ ਕਰ ਰਹੇ ਸੀਗੇ। ਸਮ ਵਾਲੀ ਗੱਲ ਤਾਂ ਉੱਥੇ ਹੀ ਖਤਮ ਹੋ ਜਾਂਦੀ ਆਪਣੀ। ਮਹਾਰਾਜ ਤਾਂ ਕਹਿੰਦੇ ਤਿੰਨਾਂ ਭਵਨਾਂ ਦੇ ਵਿੱਚ ਇੱਕ ਜੋਤ ਹੈਗੀ ਆ ਭਾਈ। ਧਰਤ ਪਤਾਲ ਆਕਾਸ਼ ਹਰ ਜਗ੍ਹਾ ਤੇ ਜੋ ਕੁਛ ਵੀ ਦਿਸ ਰਿਹਾ ਹੈ ਮਾਲਕ ਪਰਮਾਤਮਾ ਦੀ ਜੋਤ ਹੈ। ਉਹਦੇ ਮਾਲਕ ਪਰਮਾਤਮਾ ਹੀ ਹੈਗਾ। सस दिल्ली बहुत दूर है भाई, बहुत दूर है। मालिक परमात्मा चलाई रखे, यही बहुत जिहड़ा हैगा बेनती हैगी। सस भाजी जोत दे, हाँ जी, जोत दे नाल नाल जिहड़ी आह एयर दा एग्जिस्टेंस है, सारे आपां बैठे हैं अपनी अपनी जगह, पर एक ही हवा लै रहे हैं सारे। हाँ, मतलब जोत भी कोई और कोई हवा है जिहदे विच आपां सब लाइव हैं। बिल्कुल पानी भी सेम है, हर चीज़ सेम है। आपां नूं जो तत्त सेम है अपना, हरेक वही लै रहा, जानवर की, इंसान की, परिंदा की, सारे वन टू ऑल। सस्सै सब जग सहजे उपाया, तीन पवन एक ज्योति। गुरमुख वस्त परापत होवै, चुन लै माणक मोती। ओ मित्रा देख तेरे ते किन्ने अपने किन्ने संजोग हैगे। देखो किन्ने आपां जिहड़े गुरु दे राहीं एटलीस्ट जिहड़ा हैगा गुरु दे मुख तो जो ज्ञान आ रहा आपां वो ज्ञान लै रहे हैं। किन्ने भागां वाले हैं भाई। ब्रह्म ज्ञान जिहड़ा हैगा ਜਿਹੜਾ ਸਾਰ ਵਸਤੂ ਜਿਹੜੀ ਹੈਗੀ ਆਪਣੇ ਕੋਲ ਸਾਰ ਵਸਤੂ ਹੈਗੀ ਦੁਨੀਆ ਦੇ ਵਿੱਚ ਸਾਰ ਆ। ਬਸ ਆਹ ਚੀਜ਼ ਹੈਗੀ ਆ। ਕਹਿੰਦੇ ਹੁਣ ਮੋਤੀ ਚੁਗ ਲਾ ਇਹਦੇ ਵਿੱਚੋਂ ਪਿਆਰਿਆ, ਚੁਗ ਲਾ ਬਸ। ਹੁਣ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਦੂਜਿਆਂ ਨੂੰ ਜਿਹੜਾ ਹੈਗਾ ਪ੍ਰਭਾਵਿਤ ਕਰਨ ਵਾਸਤੇ, ਦੂਜਿਆਂ ਦਾ ਜਿਹੜਾ ਕਰਨ ਵਾਸਤੇ ਜਾਂ ਇਹਦੇ ਵਾਸਤੇ ਜਿਹੜਾ ਹੈਗਾ ਮਤ ਜਿਹੜਾ ਹੈਗਾ ਵੇਸਟ ਕਰ ਸਮੇਂ ਨੂੰ। ਔਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਦਿਲੋਂ ਜਿਹੜਾ ਹੈਗਾ ਅੰਦਰੋਂ ਜਿਹੜਾ ਹੈਗਾ ਇਸ ਗੱਲ ਨੂੰ ਇਸ ਦੇ ਉੱਤੇ ਅੰਦਰੋਂ ਲੱਗ ਜਾ ਪਿਆਰਿਆ। ਦਿਖਾਵਾ ਨਾ ਕਰ, ਸ਼ੋਬਾਜੀ ਨਾ ਕਰ। ਗੁਰਮੁਖ ਵਸਤ ਪ੍ਰਾਪਤ ਹੋਵੇ, ਤੈਨੂੰ ਤਾਂ ਜਿਹੜੀ ਹੈਗੀ ਉਹ ਵਸਤੂ ਨਾਮ ਵਾਲੀ ਵਸਤੂ ਪ੍ਰਾਪਤ ਹੋ ਸਕਦੀ ਆ, ਹੋ ਸਕਦੀ ਆ। ਪ੍ਰੋਬੇਬਿਲਿਟੀ ਤੇਰੀ ਹੈ, ਬਣਿਆ ਹੋਇਆ ਤੇਰਾ ਸੰਜੋਗ ਬਣਿਆ। ਦੇਖ ਤੈਨੂੰ ਬ੍ਰਹਮ ਗਿਆਨ ਤੇਰੇ ਕੋਲ ਆ ਰਿਹਾ ਹੈ। ਔਰ ਤੈਨੂੰ ਜਿਹੜਾ ਹੈਗਾ ਦੇਖ ਉਹ ਜਿਨ੍ਹਾਂ ਨੇ ਯਾਤਰਾ ਕੀਤੀ ਹੈ ਉਹਨਾਂ ਦਾ ਬਿਲਕੁਲ ਜਿਹੜਾ ਕੰਡੈਂਸ ਕਰਕੇ ਤੈਨੂੰ ਗਿਆਨ ਦੇ ਰਹੇ ਹੈ। ਔਰ ਪੂਰਾ ਜਿਹੜਾ ਹੈਗਾ ਇਹ ਜੀ ਗਿਆਨ ਦੀ ਜਿਹੜੀ ਹੈਗੀ ਇਹ ਗਿਆਨ ਜਿਹੜਾ ਹੈਗਾ ਇਹਦੀ ਸੂਝ ਵੀ ਆ ਰਹੀ ਹੈ। ਇਹ ਬੁਝਾਰਤ ਜਿਹੜੀ ਹੈਗੀ ਇਹ ਪਹੇਲੀ ਜਿਹੜੀ ਹੈਗੀ ਇਹ ਖੁੱਲ ਵੀ ਰਹੀ ਹੈ। ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ ਚੁਣ ਲਾ ਪਿਆਰੇ। ਗੁਣ ਲੈ ਲਾ ਬਸ, ਸਤ ਸੰਤੋਖ ਦਇਆ ਧਰਮ ਧੀਰਜ
ਇਹ ਆਪਣੇ ਅੰਦਰ ਲੈ ਕੇ ਆਏ ਗੁਣਾਂ ਨੂੰ, ਸਮ ਦ੍ਰਿਸ਼ਟੀ ਲੈ ਕੇ ਆਏ। ਜੇ ਤਾਂ ਤੂੰ ਗਾਹਕ ਹੈਗਾ ਇਸ ਪਾਸੇ ਦਾ, ਜੇ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਵਿੰਡੋ ਸ਼ਾਪਿੰਗ ਹੈਗੀ ਆ, ਕੈਜੂਅਲ ਹੈਗਾ, ਤੇ ਦੈਨ ਨੋ ਪ੍ਰੋਬਲਮ ਐਟ ਆਲ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਪਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ। ਕਿਵੇਂ ਚੁਣੀਏ ਜੀ ਮਹਾਰਾਜ ਜੀ? ਸਮਝੈ ਸੂਝੈ ਪੜ ਪੜ ਬੂਝੈ। ਸਮਝੈ ਸੂਝੈ, ਸਮਝੇਗਾ ਤੇ ਸੁੱਝ ਜਾਊਗਾ, ਪੜ ਪੜ ਕੇ ਬੁੱਝੇਗਾ, ਪੜ ਪੜ ਕੇ ਬੁੱਝ, ਪ੍ਰੈਕਟੀਕਲ ਕਰ ਨਾਲ ਨਾਲ, ਪ੍ਰੈਕਟੀਕਲ ਕਰ ਨਾਲ ਨਾਲ, ਬਾਣੀ ਤਾਂ ਡਾਈ ਦਊਗੀ, ਨਹੀਂ ਤਾਂ ਨਹੀਂ ਹਾਰ ਜਾਏਗਾ, ਨਹੀਂ ਤਾਂ ਪਤਾ ਹੀ ਨਹੀਂ ਲੱਗਣਾ ਬਾਣੀ ਕੀ ਕਹਿ ਰਹੀ ਹੈ। ਅੱਖਰਾਂ ਦੇ ਵਿੱਚ ਜਾਏਗਾ ਤੇ ਗ੍ਰਾਮਰ ਦੇ ਵਿੱਚ ਫਸ ਜਾਏਗਾ। ਤੇ ਸਮਝੇ ਸੂਝੇ ਪੜ ਪੜ ਬੁੱਝੇ, ਬੁੱਝਣਾ ਆ, ਬੁੱਝਣਾ ਇਹਨੂੰ ਤਾਂ ਬਾਣੀ ਜੋ ਕਹਿ ਰਹੀ ਹੈ ਭਾਵ-ਅਰਥ ਕੀ ਹੈਗਾ ਬਾਣੀ ਦਾ। ਅੱਖਰਾਂ ਤੋਂ ਆਪਾਂ ਨੇ ਕੀ ਲੈਣਾ ਹੈ? ਬਾਣੀ ਸਾਨੂੰ ਤਾਂ ਪ੍ਰੈਕਟੀਕਲ ਚਾਹੀਦਾ ਭਾਈ, ਕਿਵੇਂ ਬਣੀ ਹੈ ਇਹ ਬਾਣੀ ਦਾ ਮਤਲਬ ਬਣਨਾ ਹੈ, ਆਪਾਂ ਨੇ ਬਣਨਾ ਹੈ ਭਾਈ ਉਸ ਮਾਲਕ ਪਰਮਾਤਮਾ ਦੀ ਨੇੜਤਾ, ਮਾਲਕ ਸੰਸਾਰ ਤੋਂ ਨਿਕਲਣ ਵਾਸਤੇ ਕਿਵੇਂ ਕੀ ਕਰਨਾ ਪਊਗਾ ਸਾਨੂੰ, ਕਿਹੋ ਜਿਹਾ ਬਣਨਾ ਪਊਗਾ, ਕੀ ਕੁਛ ਛੱਡਣਾ ਪਊਗਾ, ਕੀ ਕੁਛ ਲੈਣਾ ਪਊਗਾ। ਸਮਝੇ ਸੂਝੇ ਪੜ ਪੜ ਬੂਝੇ, ਅੰਤ ਨਿਰੰਤਰੇ ਸਾਚਾ। और देख अंत निरंतर लगातार, सृष्टि का अंत और निरंतर लगातार हर पासे वो सच्चा मालिक परमात्मा हैगा, और सच दे नाल जुड़ना पऊगा। समझे सूझे पढ़ पढ़ बूझे, अंत निरंतर साचा। सच और कच, सच और झूठ। झूठ की हैगा? ਜੇ ਆਪਾਂ ਆਕਾਰ ਦੇ ਨਾਲ, ਦੁਨੀਆ ਦੇ ਨਾਲ, ਪਦਾਰਥਾਂ ਦੇ ਨਾਲ, ਇਹ ਚੋਗੇ ਦੇ ਨਾਲ ਰਚੇ ਹੋਏ, ਤੇ ਆਪਾਂ ਝੂਠ ਦੇ ਨਾਲ ਚਲੇ ਗਏ ਭਾਈ, ਕਿਉਂਕਿ ਮਾਲਕ ਨੇ ਐਸਾ ਚੋਗਾ ਪਾਇਆ ਹੋਇਆ, ਇੰਨਾ ਜ਼ਿਆਦਾ ਚੋਗਾ ਸਟਰੋਂਗ ਹੈਗਾ, ਇਹਦੇ ਵਿੱਚ ਇੰਨੇ ਸਵਾਦ ਹੈਗੇ, ਇਹ ਛੱਡਿਆ ਨਹੀਂ ਜਾਂਦਾ। ਬਸ ਇਹ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਮੱਲੋ ਮੱਲੀ ਜਿਹੜਾ ਮਨ ਨੂੰ ਜਿਹੜਾ ਖਿੱਚ ਲੈਂਦੀਆਂ। ਸਮਝੇ ਸੂਝੇ, ਇੱਕ ਵਾਰੀ ਜੀਭ ਦੇ ਉੱਤੇ ਕੋਈ ਚੀਜ਼ ਦਾ ਸਵਾਦ ਰੱਖ ਦੋ, ਬਸ ਫਿਰ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਇਨਸਾਨ। ਸਮਝੇ ਸੂਝੇ ਪੜ ਪੜ ਬੂਝੇ, ਅੰਤ ਨਿਰੰਤਰੇ ਸਾਚਾ। ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ। ਲਓ, ਜੋ ਆਪਾਂ ਗੱਲ ਕੀਤੀ ਦੇਖ ਲਓ, ਬਿਲਕੁਲ ਸੇਮ ਦੀ ਸੇਮ ਗੱਲ ਹੈ। ਗੁਰੂ ਦੇ ਰਾਹੀਂ ਜਿਹੜੀ ਹੈਗੀ ਭਾਈ, ਗੁਰੂ ਨੇ ਕੀ ਕਰਨਾ? ਵਿਵੇਕ ਬੁੱਧੀ ਦੇਣੀ ਹੈ। ਦੀਜੇ ਬੁੱਧ ਵਿਵੇਕਾ, ਹਾਰ ਭਰੇ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ। ओ पाठ पढ़ियो और वेद विचारियो, निवल पुयंगम साधे, पंच जना से संग न छुटके, अधिक अहम बुद्ध बांधे। प्यारे इन भी ते मिलन न जाई, मैं किए कर्म अनेका, हार पर्यो स्वामी के द्वारे, दीजे बुद्ध विवेका। की मांग रहे? कहते विवेक दे मालका, विवेक दे, मैं सच और झूठ नूं परखण वाली मेरी बुद्धि दे मैनू। समझे सूझे पढ़ पढ़ बूझे, अंत निरंतरे साचा। गुरमुख देखै साच संभाले, बिन साचे जग काछा। बस उस मालक परमात्मा सच जिहड़ा हैगा, ते इहनूं नहीं लिया सच, ते काचिया प्यारिया काचिया। फिर जे विवेक बुद्धि नहीं लई, विवेक बुद्धि आएगी भाई, प्रैक्टिकल करन दे नाल विवेक बुद्धि आएगी। गुरु दे राही गुरमुख देखा आ बाणी दे अनुसार, बाणी दे सिख बना गया आपां तां। गुरमुख देखा साच संभाले, बिन साचे जग काछा। तद्दै धर्म धरे धर्मापुरे, गुणकारी मन धीरा। तद्दा अखर आ गया, पहला सस्से अखर तो ज्ञान दिता सीगा, हुण तद्दे अखर तो ज्ञान दे रहा। तद्दै कहते तद्दे अखर तो ज्ञान लै। धर्म धरे धर्मापुरे, जे धर्म चाहिदा है प्यारिया, तू की करना है? धर्म की हुंदा है?
ਬਈ ਮੈਂ ਕੀ ਕਰਨਾ ਹੈ ਮਾਲਕਾ, ਆ ਸੰਸਾਰ ਦੇ ਵਿੱਚ ਮੈਨੂੰ ਭੇਜਿਆ ਆ, ਸਰੀਰ ਦਿੱਤਾ ਹੈ, ਸਭ ਤੋਂ ਸਿਖਰਲੇ ਡੰਡੇ ਤੇ ਤੂੰ ਮੈਨੂੰ ਦਿੱਤਾ ਹੈ, ਇਹ ਉਮਰ ਜਾ ਰਹੀ ਹੈ, ਮੇਰਾ ਡੰਡਾ ਖਿਸਕ ਰਿਹਾ ਆ, ਮੈਂ ਜਿਹੜਾ ਹੈਗਾ ਮੈਂ ਕੀ ਕਰਨਾ ਇਸ ਤੋਂ ਉੱਪਰ ਤੇਰੇ ਵੱਲ ਆਉਣ ਵਾਸਤੇ। ਉਹ ਧਰਮ ਆ ਆਪਣਾ ਪਾਏ, ਉਹ ਧਰਮ ਆ, ਉਹਨੂੰ ਕਹਿੰਦੇ ਧਰਮ। ਧਰਮ ਦੇ ਮੰਮੇ ਨੂੰ ਔਂਕੜ ਲੱਗੀ ਹੋਈ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੁਖਮਨੀ ਸਾਹਿਬ ਦੇ ਵਿੱਚ 5ਵੀਂ ਪਾਤਸ਼ਾਹੀ ਦੱਸ ਰਹੀ ਹੈ। ਪਿਆਰਿਆ, ਧਰਮ ਜਿਹੜਾ ਹੈਗਾ, ਬੱਚੇ ਪਾਲਣੇ ਵੀ ਧਰਮ ਹੈਗਾ ਭਾਈ। ਉਹ ਤਾਂ ਇਮੀਡੀਏਟਲੀ ਬੰਦੇ ਨੇ ਕਹਿ ਦੇਣਾ ਭਾਈ ਮੇਰਾ ਧਰਮ ਆ, ਦੇਖੋ ਪਰਿਵਾਰ ਹੈਗਾ, ਮੈਨੂੰ ਤਾਂ ਸਾਰਾ ਪਰਿਵਾਰ ਪਾਲਣਾ, ਸਾਰੇ ਕੰਮ ਆ ਵੀ ਮੇਰਾ ਧਰਮ ਹੈ। ਮਹਾਰਾਜ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪੇ ਨਿਰਮਲ ਕਰਮ। ਆ ਭਗਤੀ ਬੰਦਗੀ ਜਿਹੜੀ ਹੈਗੀ, ਧਿਆਨ ਸਿਮਰਨ, ਇਹ ਜਿਹੜਾ ਹੈਗਾ ਧਰਮ ਵੀ ਸ੍ਰੇਸ਼ਟ ਆ ਔਰ ਨਿਰਮਲ ਕਰਮ ਵੀ ਹੈਗਾ। ਇਹਨੇ ਤੈਨੂੰ ਨਿਰਮਲ ਵੀ ਕਰ ਦੇਣਾ। ਇਸ ਨੇ ਜਿਹੜਾ ਹੈਗਾ ਤੇਰੇ ਮਨ ਦੀ ਮੈਲ, ਜਿਹੜੀ ਨਹੀਂ ਦਿਸਦੀ ਮਨ ਦੀ ਮੈਲ, ਉਹ ਮੈਲ ਲਾ ਦੇਣੀ ਹੈ। ਜਨਮਾਂ ਜਨਮਾਂ ਦੇ ਜਿਹੜੇ ਸੰਸਕਾਰ ਬਣੇ ਹੋਏ ਆ, ਕਾਰਨ ਸ਼ੀਟ ਬਣਿਆ ਹੋਇਆ, ਜਿਹੜਾ ਆਟੋਮੈਟਿਕਲੀ ਜਿਹੜਾ ਹੈਗਾ ਕੁਛ ਵੀ ਸੋਚਣ ਦੀ ਲੋੜ ਨਹੀਂ ਪੈਂਦੀ। ਉਸੇ ਵੇਲੇ ਮਨ ਜਿਵੇਂ ਜਿਹੜਾ ਹੈਗਾ ਅਮਲੀ ਠੇਕੇ ਦੇ ਉੱਤੇ ਪਹੁੰਚ ਜਾਂਦਾ, ਉਸ ਤਰੀਕੇ ਦੇ ਨਾਲ ਆਪਾਂ ਉਹ ਜਿਹੜੇ ਅਮਲਾਂ ਦੇ ਵਿੱਚ ਜਿਹੜੇ ਹੈਗੇ ਆਪਾਂ ਗਤੀ ਕਰਨ ਆਟੋਮੈਟਿਕਲੀ ਚਲੇ ਜਾਂਦੇ ਹਾਂ, ਛੁੱਟਦੇ ਹੀ ਨਹੀਂ ਹੈ। ਇਹ ਜਿਹੜੀ ਹੈਗੀ ਆਦੀ ਵਿਆਦੀ ਕਹਿੰਦੇ ਅਮਲ, ਔਰ ਆਦੀ ਚਿੰਤਾ ਸੋਚ ਫਿਕਰ 'ਚ ਲੱਗਿਆ ਰਹਿੰਦਾ ਆਪਾਂ ਨੂੰ। ਵਿਆਦੀ ਅਤੇ ਉਪਾਦੀ, ਮਨ ਜਿਹੜਾ ਹੈਗਾ ਨਵੇਂ ਫਿਰ ਸ਼ੌਕ ਸ਼ੁਰੂ ਕਰ ਦਿੰਦਾ, ਮਨ ਉਪਦਰਵ, ਫਿਰ ਮਨ ਨਵੇਂ ਸ਼ੌਕਾਂ ਦੇ ਵਿੱਚ ਜਾਂਦਾ, ਫਿਰ ਅਮਲ ਸ਼ੁਰੂ ਹੋ ਜਾਂਦੇ ਆ, ਫਿਰ ਵਿਆਹ ਲੱਗ ਜਾਂਦੀ ਹੈ। ਫਿਰ ਵਿਆਹ ਲੱਗ ਗਈ ਅਤੇ ਫਿਰ ਜਿਹੜਾ ਹੈਗਾ ਆਦੀ ਚਿੰਤਾ ਸੋਚ ਝੋਰਾ ਸ਼ੁਰੂ ਹੋ ਜਾਂਦਾ ਸਾਰਾ। ਆ ਤਿੰਨ ਤਾਪ ਹੈ ਸੰਸਾਰ। तीने ताप निवारण हारा, दुख हंता सुख रास्ता को, बिगन न को लाके जाके प्रभ आगे अरदास। तद धर्म तरे धर्मापुरे। ਉਹ ਮਾਲਕ ਪਰਮਾਤਮਾ ਨੇ ਜੇ ਤੈਨੂੰ ਧਰਮ ਦੇ ਬਾਰੇ ਨਹੀਂ ਪਤਾ ਭਾਈ, ਧਰਮ ਕੀ ਹੈਗਾ, ਤੇ ਧਰਮਾਪੁਰੀ ਦੇ ਵਿੱਚ ਜਾ। ਆਪਾਂ ਹੁਣ ਇੱਥੇ ਕੀ ਕਰ ਰਹੇ ਹਾਂ, ਇਹ ਧਰਮਾਪੁਰੀ ਹੈਗੀ ਹੈ। ਆ ਸਾਧ ਸੰਗਤ ਜਿੱਥੇ ਗੁਰੂ ਦੀ ਗੁਰੂ ਬੋਲ ਰਿਹਾ ਆ ਧਰਮਾਪੁਰੀ ਹੈ। ਇਹਦੇ ਚੋਂ ਪਤਾ ਲੱਗਣਾ ਹੈ ਪਾਪਾ ਨੇ ਧਰਮ ਕੀ ਹੈਗਾ ਭਾਈ। ਹੋਰ ਕਿਹੜੀ ਧਰਮਾਪੁਰੀ ਹੈਗੀ? ਤਦ ਆਪਾਂ ਕੀ ਕਰ ਰਹੇ ਹਾਂ, ਧਰਮ ਹੀ ਤਾਂ ਪਤਾ ਕਰ ਰਹੇ ਹਾਂ ਭਾਈ, ਕੀ ਧਰਮ ਹੈਗਾ ਸਾਡਾ। ਤਦ ਧਰਮ ਧਰੇ ਧਰਮਾਪੁਰੇ, ਗੁਣਕਾਰੀ ਮਨ ਤੀਰਾ। ਜਿਹੜਾ ਗੁਣਕਾਰੀ ਹੁੰਦਾ, ਜਿਹੜਾ ਗੁਣ ਲੈ ਲੈਂਦਾ ਹੈ ਇਹ ਧਰਮਾਪੁਰੀ ਤੋਂ, ਆਹ ਧਰਮ ਲੈ ਲੈਂਦਾ, ਜਿਹੜਾ ਗੁਣ ਲੈ ਲੈਂਦਾ, ਜੋ ਬਾਣੀ ਮਹਾਰਾਜ ਜੋ ਕਹਿ ਰਹੇ ਆਪਾਂ ਨੂੰ। ਦੇਖੋ ਗੁਰਮੇਲ ਸਿੰਘ ਜੀ ਨੇ ਕੈਸਾ ਵਧੀਆ ਸਵਾਲ ਕੀਤਾ, ਔਰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਉਹ ਪਵਨ ਸਮ ਕਰਨ ਵਾਸਤੇ ਜਿਹੜਾ ਹੈਗਾ ਆਹ ਗੁਣ ਹੈਗੇ। ਦੇਖੋ ਜੇ ਲੈ ਲਾਂਗੇ ਤੇ ਗੱਲ ਬਣ ਜਾਏਗੀ ਆਪਣੀ। ਮਨ ਧੀਰਜ ਹੋ ਜਾਏਗਾ ਮਨ ਦੇ ਵਿੱਚ। ਜੇ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦਾਂਗੇ ਤੇ ਉਹ ਪਵਨ ਸਮ ਕਰਨ ਵਾਲੀ ਜਿਹੜੀ ਹੈਗੀ ਉਹ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਕਾਰਵਾਈ। ਆ ਗੁਣ ਹੈਗੇ, ਲੈ ਲਾਂਗੇ ਤੇ ਧੀਰਜ ਹੋ ਜਾਏਗਾ, ਧੀਰ ਜਾਏਗਾ ਮਨ। ਨਹੀਂ ਲਵਾਂਗੇ, ਛੱਡ ਦਿੱਤਾ, ਖਤਮ ਹੋ ਗਈ ਕਹਾਣੀ। ਇੱਧਰੋਂ ਸੁਣ ਲਿਆ, ਉਧਰੋਂ ਕੱਢਤਾ। ਤਦ ਧਰਮ ਧਰੇ ਧਰਮਾਪੁਰੇ, ਗੁਣਕਾਰੀ ਮਨ ਧੀਰਾ। ਤਦ ਧੂਲ ਪੜਾ ਮੁਖ ਮਸਤਕੇ, ਕੰਚਨ ਪਏ ਮਨੂਰਾ। ਤਦ ਧੂਲ ਪੜਾ ਮੁਖ ਮਸਤ, ਫਿਰ ਤਦੇ ਅੱਖਰ ਤੋਂ ਗਿਆਨ ਦੇ ਰਹੇ। ਕਹਿੰਦੇ ਜੇ ਕਿਤੇ ਇਹ ਧਰਮਾਪੁਰੀ ਜਿਹੜੀ ਹੈਗੀ ਇਹਦੀ ਧੂੜ ਜਿਹੜੀ ਹੈਗੀ, ਇਹਦੀ ਗਾਈਡ, ਇਹ ਜੋ ਕਹਿ ਰਹੀ ਹੈ ਗਿਆਨ ਜਿਹੜਾ ਹੈਗਾ, ਇਹ ਗਿਆਨ ਆ ਧੂੜ ਮੁੱਖ ਦੇ ਉੱਤੇ ਤੇ ਮੱਥੇ ਦੇ ਉੱਤੇ। ਮੱਥੇ ਦਾ ਮਤਲਬ ਬੁੱਧੀ ਦੇ ਵਿੱਚ ਵੀ ਆ ਜਾਏ। ਜੇ ਤੂੰ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦੇ ਇਸ ਗਿਆਨ ਦੇ ਅਨੁਸਾਰ, ਇਹ ਧੂੜ ਲੈ ਲੈ, ਤੇਰੇ ਉੱਤੇ ਧੂੜ ਪੈ ਜਾਏ। ਤਦੇ ਧੂਲ ਪੜੈ ਮੁਖ ਮਸਤਕੇ, ਕੰਚਨ ਪਏ ਮਨੂਰਾ। ਲਾਜ਼ਮੀ ਹੈਗਾ ਤੇਰਾ ਜਿਹੜਾ ਹੈਗਾ ਮਨੂਰ, ਜਿਹੜਾ ਹੈਗਾ ਜਿਹੜਾ ਸੋਨਾ ਸੜ ਗਿਆ ਹੈਗਾ, ਉਹ ਵਾਪਸ ਜਿਹੜਾ ਹੈਗਾ ਮਨੂਰ ਕੰਚਨ ਹੋ ਜਾਏਗਾ। ਉਹ ਮਨੂਰ ਕੰਚਨ ਹੋ ਜਾਏਗਾ, ਵਾਪਸ ਸੋਨਾ ਆ ਜਾਏਗਾ, ਸ਼ੁੱਧ ਹੋ ਜਾਏਗਾ। ਜਿੰਨਾ ਮਨ ਤੇਰਾ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ ਬਿਲਕੁਲ ਪਛਾਣਿਆ ਨਹੀਂ ਜਾਂਦਾ। ਇਸ ਮਨ ਕੋ ਜਨਮ ਕੀ ਮਲ ਲਾਗੀ, ਕਾਲਾ ਹੁਆ ਸਿਆਹੋ।
ਉਹ ਜਿਹੜਾ ਹੈਗਾ ਵਾਪਸ ਕੰਚਨ ਹੋ ਜਾਏਗਾ। ਤਦੈ ਤੂਲ ਪੜੈ ਮੁਖ ਮਸਤਕੇ ਕੰਚਨ ਪਏ ਮਨੂਰਾ ਤਨ ਤਰਣੀ ਧਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ। ਇਹ ਧਨ ਕਿੱਥੋਂ ਕਿਹਦਾ ਹੈ? ਧਨ ਉਹ ਮਾਲਕ ਪਰਮਾਤਮਾ ਦਾ। ਧਰਣੀ ਧਰਦਾ ਹੈ। ਧਰਣੀ ਕਹਿੰਦੇ ਧਰਤੀ, ਉਹ ਮਾਲਕ ਪਰਮਾਤਮਾ ਦਾ ਹੈ, ਜਿਹਨੇ ਸਾਰੀ ਸ੍ਰਿਸ਼ਟੀ ਸਾਰੀ ਧਰਤੀ ਮਾਲਕ ਪਰਮਾਤਮਾ ਨੇ ਬਣਾਈ ਆ। ਇਹ ਉਹਦਾ ਧਨ ਹੈ ਭਾਈ। ਉਹ ਆਪ ਅਜੋਨੀ ਹੈ, ਜੂਨਾਂ ਦੇ ਵਿੱਚ ਨਹੀਂ ਆਉਂਦਾ ਮਾਲਕ ਪਰਮਾਤਮਾ। ਔਰ ਤੋਲ ਬੋਲ ਸੱਚ ਪੂਰਾ, ਉਹ ਸੱਚ ਹੈਗਾ, ਤੋਲ ਦੇ ਵਿੱਚ ਵੀ ਬੋਲ ਦੇ ਵਿੱਚ ਵੀ ਪੂਰਨ ਹੈ, ਪੂਰਾ ਹੈ ਮਾਲਕ ਪਰਮਾਤਮਾ। ਤਨ ਧਰਣੀ ਥਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਬਾਰੇ ਭਾਈ ਕਰਤੇ ਕੀ ਮਿਤ, ਮਾਲਕ ਪਰਮਾਤਮਾ ਦੇ ਬਾਰੇ ਜੇ ਗਿਆਨ ਲੈਣਾ ਹੈ ਤੇ ਮਾਲਕ ਪਰਮਾਤਮਾ ਉਹ ਕਿੰਨਾ ਕੁ ਵੱਡਾ ਹੈ। ਮਾਲਕ ਪਰਮਾਤਮਾ ਉਹ ਕਰਤਾ ਹੀ ਜਾਣਦਾ ਹੈ ਭਾਈ, ਉਹ ਮਾਲਕ ਪਰਮਾਤਮਾ ਹੀ ਜਾਣਦਾ ਹੈ। ਜਾਂ ਜਿਹੜੇ ਹੈਗੇ ਗੁਰੂ ਜਿਹੜੇ ਹੈਗੇ ਸੂਰਮੇ ਜਿਹੜੇ ਹੈਗੇ ਜਿਨ੍ਹਾਂ ਨੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਣ, ਉਹ ਭਾਈ ਉਹ ਜਾਣਦੇ ਆ ਭਾਈ। ਕਰਤੇ ਕੀਮਤ ਕਰਤਾ ਜਾਣੇ ਕਹਿ ਦਾ ਮਤਲਬ ਹੈ ਯਾ। ਜੇ ਇਹਨੂੰ ਕੇ ਪੜ੍ਹਤਾ ਤੇ ਬਿਲਕੁਲ ਆਪੋਜ਼ਿਟ ਹੋ ਗਿਆ। ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰੂ। ਜੇ ਕੇ ਪੜ੍ਹਤਾ ਤੇ ਗੁਰੂ ਕੀ ਜਾਣਦਾ ਹੈ ਭਾਈ? ਮਤਲਬ ਕੁਛ ਨਹੀਂ ਜਾਣਦਾ। ਬਸ ਇਮੀਡੀਏਟਲੀ ਦੇਖ ਲਓ ਕਿੰਨਾ ਅਰਥ ਦਾ ਅਨਰਥ ਹੋ ਗਿਆ। ਇੱਕ ਜਿਹੜੀ ਲਾਮ ਜਿਹੜੀ ਹੈਗੀ ਆਪਾਂ ਨੇ ਦੋ ਲਾਮਾਂ ਨਹੀਂ ਬੁਲਾਈਆਂ। ਤੇ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਇਹ ਤਿੰਨ ਹੋ ਗਏ। ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ। ਲਓ ਆ ਦੇਖ ਲਓ, ਜੇ ਮਾਰਾ ਤਾਂ ਇਮੀਡੀਏਟਲੀ ਕਹਿ ਰਿਹਾ ਭਾਈ ਨਹੀਂ ਲੈਣਾ ਭਾਈ। ਵਾਪਸ ਮਾਇਆ ਨੇ ਜਿਹੜਾ ਹੈਗਾ ਗਿਆਨ ਨੂੰ ਗਵਾ ਦੇਣਾ ਇਨਸਾਨ ਨੇ। ਇਹ ਗਿਆਨ ਨੂੰ ਜਿਹੜਾ ਕਿੱਥੋਂ ਮਿਲ ਰਿਹਾ ਗਿਆਨ ਜਿਹੜਾ ਹੈਗਾ, ਇਹ ਧਰਮਾਪੁਰੀ ਤੋਂ ਜਿਹੜਾ ਗਿਆਨ ਮਿਲ ਰਿਹਾ ਆ ਭਾਈ, ਧਰਮ ਦੇ ਬਾਰੇ ਗਿਆਨ, ਇਹ ਨਹੀਂ ਲੈਣਾ, ਪ੍ਰੈਕਟੀਕਲ ਨਹੀਂ ਕਰਨਾ। ਕਿਉਂ? ਦੂਜਾ ਪਾਇਆ ਮਾਇਆ ਪਾਈ। ਇਮੀਡੀਏਟਲੀ ਦੇਖੋ ਆਪਾਂ ਇਸ ਤੋਂ ਬਾਅਦ ਦੇਖ ਲਓ ਇਹ ਡਾਇਲੂਟ ਹੋ ਜਾਣਾ, ਖਤਮ ਹੋ ਜਾਣਾ ਗਿਆਨ। ਪ੍ਰੈਕਟੀਕਲ ਆਪਾਂ ਨੇ ਲੈਣਾ ਹੀ ਨਹੀਂ ਹੈ, ਗੁਣ ਲੈਣਾ ਹੀ ਨਹੀਂ ਆਪਣੇ ਅੰਦਰ ਵਸਾਉਣੇ। ਜਿਹਨੇ ਆਪਣੇ ਅੰਦਰ ਵਸਾ ਲਏ ਉਹਦੇ ਅੰਦਰ ਉਹਦਾ ਪਾਰਟ ਆਫ ਦੀ ਜਰਨੀ ਹੋ ਗਿਆ ਉਹਦਾ। ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ। ਬਸ ਫਿਰ ਆਕੜ ਜਿਹੜੀ ਹਉਮੈ ਜਿਹੜੀ ਹੈਗੀ ਆ ਉਹ ਹਉਮੈ ਬਰਕਰਾਰ ਰਹੇਗੀ। ਔਰ ਗਲੇ ਕੀ ਹੈ? ਆਪਣੇ ਸਵਾਸ ਚਲੇ ਜਾ ਰਹੇ, ਉਮਰ ਜਾ ਰਹੀ ਹੈ, ਐਸੇ ਤਰੀਕੇ ਨਾਲ ਗਲੀ ਜਾ ਰਹੇ ਹਾਂ ਆਪਾਂ। ਡੇਲੀ ਜਿਹੜੇ ਆਪਾਂ ਸੈਕਿੰਡ ਬਾਏ ਸੈਕਿੰਡ ਆਪਾਂ ਗਲ ਰਹੇ ਹਾਂ। ਗਰਭ ਗਲੇ ਬਿਖ ਖਾਇਆ। ਕਿਉਂ? ਕਿਉਂਕਿ ਬਿਖ ਖਾ ਰਹੇ ਹਾਂ ਆਪਾਂ ਨੇ ਪ੍ਰਾਇਰਟੀ ਬਿਖ ਨੂੰ ਦਿੱਤੀ ਹੈ ਭਾਈ। ਆਪਾਂ ਨੇ ਪ੍ਰਾਇਰਟੀ ਬਿਖ ਨੂੰ ਦਿੱਤੀ ਹੈ, ਇਸ ਕਰਕੇ ਜਿਹੜੇ ਹੈਗੇ ਆਪਾਂ ਗਲ ਜਾਂਦੇ। ਗੁਰ ਰਸ ਗੀਤ ਬਾਦ ਨਹੀਂ ਭਾਵੈ। ਕਿਉਂ ਗਲ ਰਹੇ ਆ? ਕਿਉਂਕਿ ਗੁਰੂ ਜੋ ਕਹਿ ਰਿਹਾ ਆ, ਬ੍ਰਹਮ ਗਿਆਨੀ ਜੋ ਬ੍ਰਹਮ ਕਹਿ ਰਿਹਾ ਆ, ਉਹਦਾ ਰਸ ਹੀ ਨਹੀਂ ਆ ਰਿਹਾ ਆਪਾਂ ਨੂੰ। ਉਹ ਗੀਤ ਜਿਹੜੇ ਹੈਗੇ ਆ, ਗੀਤ ਕਹਿ ਰਹੇ ਬਾਣੀ ਨੂੰ ਗੀਤ ਕਹਿ ਰਹੇ ਮਹਾਰਾਜ। ਬਾਦ ਕਹਿ ਰਹੇ, ਬਾਦ ਮਤਲਬ ਬੋਲ। ਗੁਰਰਸ ਗੀਤ ਬਾਦ ਨਹੀਂ ਭਾਵੇ, ਆਪਾਂ ਨੂੰ ਨਹੀਂ ਪਾਉਂਦੇ ਭਾਈ। ਪਾਉਣਾ ਕੀ ਹੈ? ਪਾਉਣਾ ਹੈਗਾ ਆਪਣੇ ਅੰਦਰ ਚੇਂਜ ਕਰਨਾ ਹੈ, ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਬਦਲਣਾ ਹੈ। ਸੁਣੀਏ ਵੀ ਨਾਲ ਆਏਗਾ ਭਾਈ, ਆਪਾਂ ਤਾਂ ਧਿਆਨ ਦੇ ਨਾਲ ਸੁਣਦੇ ਹੀ ਨਹੀਂ ਹੈਗੇ। ਗੁਰਰਸ ਗੀਤ ਬਾਦ ਨਹੀਂ ਭਾਵੈ ਸੁਣੀਏ, ਇੱਥੇ ਤੱਕ ਜਾਣਾ ਪਊਗਾ। ਗਹਿਰ ਗੰਭੀਰ ਗਵਾਇਆ। ਕਹਿੰਦੇ ਇਹ ਤਾਂ ਬੜਾ ਗਹਿਰਾ ਸੀਗਾ, ਗੰਭੀਰ ਮਸਲਾ ਸੀਗਾ, ਉਸ ਮਾਲਕ ਪਰਮਾਤਮਾ ਦਾ ਰੂਪ ਹੋਣ ਦਾ ਸੀਗਾ। ਆਹ ਜਿਹੜਾ ਗਿਆਨ ਸੀਗਾ, ਇਹ ਜਿਹੜਾ ਹੈਗਾ ਇਹ ਸੱਚ ਹੋਣ ਦਾ ਜਿਹੜਾ ਹੈਗਾ, ਇਹ ਜੀਵਨ ਦਾ ਸੰਸਾਰ ਦਾ ਜਿਹੜਾ ਹੈਗਾ ਤੱਤ ਵਸਤੂ ਸੀਗੀ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਏ, ਗਹਿਰ ਗੰਭੀਰ ਗਵਾਇਆ। ਕਹਿੰਦੇ ਉਹ ਪਰਮਾਤਮਾ ਦਾ ਰਸਤਾ ਗਵਾ ਲਿਆ, ਲਿਵ ਵਾਲਾ ਰਸਤਾ ਗਵਾਤਾ ਤੂੰ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਏ,
ਗਹਿਰ ਗੰਭੀਰ ਗਵਾਇਆ। ਗੁਰੇ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨੇ ਸਾਚ ਸੁਖਾਇਆ। ਆ ਲੋ ਦੂਸਰੇ ਵੀ ਹੈਗੇ ਭਾਈ, ਕੋਈ ਟਾਵਾਂ ਹੈਗਾ ਜਿਹਨੂੰ ਗੁਰੂ ਦੀ ਸੱਚ ਦੀ ਗੱਲ, ਬਈ ਆ ਤਾਂ ਮੇਰੇ ਗੁਰੂ ਨੇ ਬਿਲਕੁਲ ਸੱਚ ਕਿਹਾ ਆ ਭਾਈ, ਪ੍ਰੈਕਟੀਕਲ ਕੀਤਾ ਉਹਨੂੰ ਪ੍ਰੈਕਟੀਕਲ ਕੀਤਾ ਤੇ ਉਹਦੇ ਅੰਦਰ ਸੱਚ ਆ ਗਿਆ। ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ। ਮਨ ਕਹਿੰਦਾ ਭਾਈ ਆਹ ਚੀਜ਼ ਤਾਂ ਮੈਨੂੰ ਤੂੰ ਕਦੀ ਚਖਾਈ ਨਹੀਂ ਹੈ, ਮੈਨੂੰ ਕੋਈ ਆਹ ਚੀਜ਼ ਆ ਜਿਹੜਾ ਹੈਗਾ ਇਹ ਵਿਚਾਰ ਬੰਦ ਕਰਕੇ ਜਿਹੜਾ ਹੈਗਾ ਆ ਜਿਹੜੀ ਮਸਤੀ ਛਾਉਂਦੀ ਆ ਅੱਜ ਦਾ ਜਿਹੜਾ ਹੈਗਾ ਕੀ ਕਹੀਏ ਉਹਨੂੰ ਜੀ, ਜਿਹੜਾ ਸਵਾਦ ਆਉਂਦਾ, ਕਹਿੰਦੇ ਤੂੰ ਮੈਨੂੰ ਕਦੀ ਆਹ ਪ੍ਰੈਕਟੀਕਲ ਕੀਤਾ ਹੀ ਨਹੀਂ। ਇਹਦੇ ਨਾਲ ਪਤੰਦਰ ਨੇ ਮਨ ਨੇ ਮੰਨਣਾ ਹੈਗਾ ਪ੍ਰੈਕਟੀਕਲ ਦੇ ਨਾਲ। ਆ ਲਕੀਰ ਖਿੱਚਣੀ ਪੈਣੀ ਆ, ਵੱਡੀ ਲਕੀਰ, ਤਾਂ ਜਿਹੜੀ ਛੋਟੀ ਲਕੀਰ ਮਿਟੇਗੀ। ਗੁਰੇ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨੇ ਸਾਚ ਸੁਖਾਇਆ। ਲਓ ਦੇਖੋ ਮਨ ਔਰ ਤਨ ਦੋਨੋਂ ਦੇ ਦੋਨੋਂ, ਮਨ ਪਤੰਦਰ ਵੀ ਮੰਨ ਗਿਆ, ਮਨ ਮੰਨ ਗਿਆ, ਤੇ ਆ ਗਿਆਨ ਇੰਦਰੀਆਂ ਕਰਮ ਇੰਦਰੀਆਂ ਕੀ ਚੀਜ਼ ਹੈਗੀਆਂ, ਕੀ ਹੈ ਸੰਸਕਾਰ, ਕਾਹਦੇ ਸੰਸਕਾਰ ਹੈਗੇ, ਕਾਹਦੇ ਅਮਲ ਹੈਗੇ। ਜਰਾ ਪ੍ਰੈਕਟੀਕਲ ਤਾਂ ਕਰਕੇ ਦਿਓ ਨਾ ਮਨ ਨੂੰ, ਆਪਣੇ ਜੀਵਨ ਦੇ ਵਿੱਚ ਇਹ ਧਿਆਨ ਨੂੰ, ਇਹ ਸੱਚ ਨੂੰ ਲੈ ਕੇ ਤਾਂ ਆਈਏ ਆਪਾਂ। ਆਪਾਂ ਡਾਇਰੈਕਟ ਜਿਹੜੇ ਹੈਗੇ ਆਪਾਂ ਲੜਨਾ ਚਾਹੁੰਦੇ ਹਾਂ, ਕਹਿੰਦੇ ਜੀ ਕੰਟਰੋਲ ਕਰੋ ਜੀ ਆਪਣੇ ਇਹਦੇ ਅੱਖਾਂ ਤੇ ਕੰਟਰੋਲ ਕਰੋ, ਇਸ ਤੇ ਕੰਟਰੋਲ ਕਰੋ, ਉਸ ਤੇ ਕਿਸ ਤਰ੍ਹਾਂ ਹੋਏਗਾ ਭਾਈ। ਆਪਾਂ ਪ੍ਰੈਕਟੀਕਲ ਤਾਂ ਕਰ ਨਹੀਂ ਰਹੇ, ਧਿਆਨ ਦੇ ਵਿੱਚ ਜਾ ਨਹੀਂ ਰਹੇ। ਜੋ ਬਾਣੀ ਕਹਿ ਰਹੀ ਹੈ ਉਹ ਕੰਮ ਤਾਂ ਕਾਰਵਾਈ ਤਾਂ ਸ਼ੁਰੂ ਨਹੀਂ ਕਰ ਰਹੇ। ਗੁਰੇ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨੇ ਸਾਚ ਸੁਖਾਇਆ। ਮਨ ਵੀ ਤਨ ਲਾਜ਼ਮੀ ਚੰਗਾ ਲੱਗੇਗਾ, ਲਾਜ਼ਮੀ ਚੰਗਾ ਲੱਗੇਗਾ, ਦੋਨੋਂ ਦੇ ਦੋਨੋਂ। ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਕਰਮ ਇੰਦਰੀਆਂ ਇਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਮਨ ਤਨੇ, ਮਨ ਦੇ ਵਿੱਚ ਤਨ ਦੇ ਵਿੱਚ ਸੱਚ ਸੁਖਾਇਆ, ਚੰਗਾ ਲੱਗਣ ਲੱਗ ਗਿਆ। ਗੁਰੇ ਸੱਚ ਕਿਹਾ, ਬਸ ਬਈ ਇਹ ਤਾਂ ਗੁਰੂ ਨੇ ਕਮਾਲ ਕੀਤੀ ਪਈ ਸੀ ਭਾਈ, ਇਹ ਤਾਂ ਕੁਝ ਸਮੁੰਦਰ ਬੰਦ ਕਰਕੇ ਰੱਖਿਆ ਹੋਇਆ ਸੀਗਾ। ਇਹ ਤਾਂ ਇੰਨਾ ਕੀਮਤੀ ਚੀਜ਼ ਸੀਗੀ ਜਿਹੜੀ ਮੈਨੂੰ ਪਤਾ ਹੀ ਨਹੀਂ ਸੀਗਾ ਇਹਦੇ ਬਾਰੇ। ਗੁਰੇ ਸੱਚ ਕਹਿਆ ਅੰਮ੍ਰਿਤ ਲਹਿਆ, ਆ ਅੰਮ੍ਰਿਤ ਆ ਜਾਂਦਾ ਭਾਈ, ਇਹਦੇ ਨਾਲ ਅੰਮ੍ਰਿਤ ਆ ਜਾਏਗਾ, ਲਾਜ਼ਮੀ ਆ ਜਾਏਗਾ। ਸੱਚ ਦੇ ਨਾਲ ਜੁੜ ਗਏ ਤੇ ਕੱਚ ਨੇ ਪਰੇ ਹੋ ਜਾਣਾ ਹੈ, ਤੇ ਫਿਰ ਅੰਮ੍ਰਿਤ ਆਉਣਾ ਤਾਂ ਲਾਜ਼ਮੀ ਹੈ ਭਾਈ। ਜਿਹੜਾ ਖਰਾ ਸੋਨਾ ਹੋ ਗਿਆ ਉਹਦੇ ਅੰਦਰ ਤਾਂ ਝਰਨਾ ਫੁੱਟਣਾ ਹੀ ਹੈ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ। ਆਪੇ ਗੁਰਮੁਖੇ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ। ਵਾਹ ਜੀ ਵਾਹ, ਕਮਾਲ ਹੋਈ ਪਈ ਹੈ, ਕਮਾਲ ਹੋਈ ਪਈ ਹੈ। ਸਲੂਟ ਹੈ ਜੀ। ਕਹਿੰਦੇ ਮਾਲਕ ਦੀ ਗੇਮ ਹੈਗੀ ਭਾਈ। ਇਹ ਬ੍ਰਹਮ ਗਿਆਨੀ ਗੁਰੂ ਮਾਲਕ ਪਰਮਾਤਮਾ ਨੇ ਬਣਾਇਆ, ਬ੍ਰਹਮ ਗਿਆਨ ਮਾਲਕ ਨੇ ਦਿੱਤਾ ਹੈ। ਦੇਖੋ ਆਹ ਸਾਰਾ ਗਿਆਨ ਦੇ ਕੇ ਕੀ ਕਹਿ ਰਹੇ ਆ, ਮੇਰਾ ਨਹੀਂ ਹੈ ਭਾਈ, ਆਪੇ ਮਾਲਕ ਦਾ ਹੈਗਾ, ਗੁਰੂ ਦੇ ਰਾਹੀਂ ਦਿੰਦਾ ਹੈ। ਆਪੇ ਗੁਰਮੁਖੀ ਆਪੇ ਦੇਵੈ ਆਪ ਹੀ ਦਿੰਦਾ, ਆਪੇ ਅੰਮ੍ਰਿਤ ਪਿਆਇਆ, ਆਪ ਹੀ ਅੰਮ੍ਰਿਤ ਪਿਆਉਂਦਾ ਹੈ ਭਾਈ। ਮਾਲਕ ਹੈ, ਮਾਲਕ ਕਹਿੰਦੇ ਮੈਂ ਨਹੀਂ ਹੈਗਾ ਕੁਛ। ਆਂਦੇ ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਕਹਿੰਦੇ ਮੈਂ ਨਹੀਂ ਹੈਗਾ ਕੁਛ। ਆਪੇ ਗੁਰਮੁਖੀ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ। ਏਕੋ ਏਕ ਕਹੈ ਸਭ ਕੋਈ ਹਉਮੈ ਗਰਭ ਵਿਆਪੈ। ਕਹਿੰਦੇ ਭਗਤੀ ਤਾਂ ਸਾਰੇ ਕਰਦੇ ਆ ਭਾਈ, ਇੱਕ ਹੈ ਪਰਮਾਤਮਾ, ਇੱਕ ਹੈ ਪਰਮਾਤਮਾ, ਇੱਕ ਹੈ, ਸਾਰੇ ਕਹੀ ਜਾਂਦੇ ਆ, ਸਾਰੇ ਕਹੀ ਜਾਂਦੇ ਆ। ਪਰ ਜਿਹੜੀ ਇਹ ਗੱਲ ਕਿਉਂ ਨਹੀਂ ਬਣਦੀ ਭਾਈ, ਇਹ ਅੰਮ੍ਰਿਤ ਤੱਕ ਕਿਉਂ ਨਹੀਂ ਪਹੁੰਚਦੀ ਗੱਡੀ, ਅੱਗੇ ਚੇਂਜਸ ਕਿਉਂ ਨਹੀਂ ਆਉਂਦੇ? ਕਹਿੰਦੇ ਖਾਲੀ ਕਹਿੰਦੇ ਆ, ਕਰਦੇ ਨਹੀਂ, ਕਹਿੰਦੇ ਆ ਕਰਦੇ ਨਹੀਂ ਹੈਗੇ। ਇਹ ਗਰਭ ਜਿਹੜਾ ਹੈਗਾ ਬਰਕਰਾਰ ਰਹਿੰਦਾ ਹੈ, ਉਹਨਾਂ ਦੀ ਹਉਮੈ ਬਰਕਰਾਰ ਰਹਿੰਦੀ ਹੈ। ਹਉਮੈ ਗਰਭ ਵਿਆਪੈ। ਜਦ ਤੱਕ ਪ੍ਰੈਕਟੀਕਲ ਨਹੀਂ ਕਰਾਂਗੇ, ਜਦ ਤੱਕ ਵਿਚਾਰ ਬੰਦ ਨਹੀਂ ਕਰਾਂਗੇ, ਹਉਮੈ ਕਿਹੜੇ ਪਾਸਿਓਂ ਚਲੇ ਜਾਏਗੀ? ਇਹ ਗਰਭ ਜਿਹੜਾ ਹੈਗਾ ਹੰਕਾਰ ਕਿਹੜੇ ਪਾਸਿਓਂ ਜਾਏਗਾ? ਏਕੋ ਏਕ ਭਾਜੀ ਕਹਿਣਾ ਔਰ ਕਰਨ ਚ ਫਰਕ ਆ। ਮਤਲਬ ਜਿੰਨਾ ਚਿਰ ਅਪਲਾਈ ਨਹੀਂ ਕਰਦੇ ਆਪਣੇ ਆਪ ਤੇ ਉਹਨਾਂ ਚਿਰ ਕੁਛ ਨਹੀਂ ਚੇਂਜ ਹੋਣ ਵਾਲਾ। ਬਿਲਕੁਲ ਸਹੀ ਗੱਲ ਹੈ। ਬਾਣੀ ਤਾਂ ਜੀ ਕਮਾਲ ਦੀ ਬਾਣੀ ਹੈ ਜੀ, ਕਮਾਲ ਦੀ। ਇਸ ਤਰ੍ਹਾਂ ਤਾਂ ਕਦੀ ਜਿਹੜੀ ਹੈਗੀ ਮਹਾਰਾਜ ਨੇ ਕਦੀ ਬਖਸ਼ਿਸ਼ ਹੀ ਨਹੀਂ ਕੀਤੀ। ਆ ਤਾਂ ਝਰਨਾ ਲੱਗ ਗਿਆ ਪਾਏ। ਏਕੋ ਏਕ ਕਹੈ ਸਭ ਕੋਈ ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੇ ਇਉਂ ਘਰ ਮਹਿਲ ਸਿੰਜਾਪੈ।
ਆ ਦੇਖ ਲਓ ਆ ਗਏ ਸਮਦ੍ਰਿਸ਼ਟੀ ਦੇ ਉੱਤੇ। ਅੰਤਰ ਬਾਹਰ ਜੇ ਪ੍ਰੈਕਟੀਕਲ ਕਰਾਂਗੇ ਤੇ ਆਪਣੇ ਅੰਦਰ ਵੀ ਜੇ ਆਪ ਹੈਗੇ ਆ ਉਹ ਜੇ ਬਾਹਰ ਸਾਰੇ ਹੈਗੇ। ਅੰਤਰ ਬਾਹਰ ਇੱਕ ਪਛਾਣੇ, ਇੱਕ ਮਾਲਕ ਪਰਮਾਤਮਾ। ਆਪਾਂ ਵੀ ਮਾਲਕ ਪਰਮਾਤਮਾ ਦਾ ਰੂਪ ਹੈਗੇ ਆ, ਆਪਣੇ ਅੰਦਰ ਵੀ ਮਾਲਕ ਹੀ ਆ, ਆਪਾਂ ਮਾਲਕ ਹੀ ਹੈਗੇ। ਬਾਕੀ ਤਾਂ ਸਰੀਰ ਤਾਂ ਸੁਆਹ ਹੈ, ਇੱਕ ਸਕਿੰਟ 'ਚ ਜਿਹੜਾ ਹੈਗਾ ਸੜ ਜਾਂਦਾ। ਅੰਤਰ ਬਾਹਰ ਇੱਕ ਪਛਾਣੇ, ਉਸ ਇੱਕ ਨੂੰ ਪਛਾਣੀਏ, ਜੋਤ ਨੂੰ ਪਛਾਣੀਏ ਪਾਏ। ਉਹ ਜੋਤ ਤਾਂ ਬਹੁਤ ਛੋਟੀ ਹੈ ਪਾਏ। ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ, ਉਹ ਤਾਂ ਰਾਈ ਦੇ 10ਵੇਂ ਹਿੱਸੇ ਦੇ ਵਿੱਚ ਵੀ ਫਿੱਟਿਆ ਪਾਏ ਜੋਤ। ਮੁਕਤ ਦੁਆਰਾ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ। ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਮਨ ਤਾਂ ਜਿਹੜਾ ਹੈਗਾ ਹਉਮੈ ਗਰਭ ਵਿਆਪ ਹੈ। ਮਨ ਤਾਂ ਹਾਥੀ ਬਣਿਆ ਪਿਆ, ਮਸਤ ਹਾਥੀ। ਉਹ ਕਿਵੇਂ ਨਿਕਲ ਜਾਊਗਾ ਭਾਈ ਉਹ ਸੂਈ ਦੇ ਨੱਕੇ ਚੋਂ? ਔਰ ਰਾਈ ਦੇ 10ਵੇਂ ਹਿੱਸੇ ਚੋਂ ਕਿਵੇਂ ਨਿਕਲ ਜਾਊਗਾ? ਉਹ ਜਿਹੜੀ ਹੈ ਖੰਨਿਓ ਤਿੱਕੀ ਵਾਲੋਂ ਨਿੱਕੀ, ਉਸ ਤੋਂ ਕਿਵੇਂ ਤੁਰ ਪਏਗਾ? ਪੁਰਸਲਾਤ ਕਾ ਪੰਥ ਦੁਏਲਾ ਨਾ ਕੋ ਸਾਥੀ। ਉੱਥੇ ਕੋਈ ਨਹੀਂ ਹੈਗਾ ਸਾਥੀ ਆਪਣਾ, ਗਵਨ ਇਕੇਲਾ। ਕੱਲਿਆਂ ਨੂੰ ਜਾਣਾ ਪੈਣਾ ਭਾਈ। ਅੰਤਰ ਬਾਹਰ ਏਕ ਪਛਾਣੇ। ਦੇਖੋ ਮੁਸਲਮਾਨ ਵੀ ਜਿਹੜੇ ਹੈਗੇ ਉਹ ਵੀ ਕਹਿੰਦੇ ਆ ਭਾਈ ਬਹੁਤ ਬਰੀਕ ਹੈਗਾ, ਉੱਥੋਂ ਕੱਲਾ ਹੀ ਜਾ ਸਕਦਾ ਹੈ। ਨਹੀਂ ਤਾਂ ਫਿਰ ਥੱਲੇ ਡਿੱਗਿਆ ਤੇ ਕਹਿੰਦੇ ਫਿਰ ਤਾਂ ਥੱਲੇ ਜਿਹੜਾ ਹੈਗਾ ਉਹ ਹੈਗਾ ਦੋਜ਼ਕ, ਤਪ ਰਿਹਾ ਦੋਜ਼ਕ 84 ਲੱਖ ਜੂਨ, ਉਹ ਦੋਜ਼ਕ ਕਹਿੰਦੇ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸਿੰਜਾਪੈ। ਬਸ ਜਦ ਤੱਕ ਸਮਦ੍ਰਿਸ਼ਟੀ ਨਹੀਂ ਹੋਈ, ਆਪਣੇ ਵਰਗਾ ਦੂਸਰੇ ਨੂੰ ਨਹੀਂ ਸਮਝਦਾ, ਤਦ ਤੱਕ ਮਹਿਲ ਨਹੀਂ ਪਤਾ ਲੱਗੇਗਾ, ਤਦ ਤੱਕ ਘਰ ਦਾ ਨਹੀਂ ਪਤਾ ਲੱਗੇਗਾ ਭਾਈ। ਵੀ ਆਪਣੇ ਅੰਦਰ ਜਿਹੜਾ ਹੈਗਾ ਤਦ ਤੱਕ ਇਹ ਮਨ ਨਹੀਂ ਵਿੰਨਿਆ ਜਾਏਗਾ। ਇਉਂ ਘਰ ਮਹਿਲ ਸਿੰਜਾਪੈ। ਇਸ ਤਰ੍ਹਾਂ ਜਿਹੜਾ ਹੈਗਾ ਅੰਦਰ ਦੀ ਯਾਤਰਾ ਹੁੰਦੀ ਹੈ। ਪ੍ਰਭ ਨੇੜਾ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਕਹਿੰਦੇ ਉਹ ਮਾਲਕ ਪਰਮਾਤਮਾ ਬਿਲਕੁਲ ਨੇੜੇ ਆ। ਤੂੰ ਮਾਲਕ ਪਰਮਾਤਮਾ ਦਾ ਹੀ ਰੂਪ ਹੈ ਪਿਆਰਿਆ, ਤੂੰ ਮਾਲਕ ਪਰਮਾਤਮਾ ਹੀ ਹੈਗਾ। ਪ੍ਰਭ ਨੇੜਾ ਹਰ ਦੂਰ ਨਾ ਜਾਣੋ, ਉਹਨੂੰ ਦੂਰ ਨਾ ਸਮਝ ਪਿਆਰਿਆ। ਦੇਖ ਤੇਰਾ ਮਨ, ਤੇਰੀ ਆਤਮਾ, ਤੂੰ ਘੱਟ ਤੋਂ ਘੱਟ ਇੰਨਾ ਤਾਂ ਸਮਝ ਲਾ ਵੀ ਤੇਰੇ ਅੰਦਰ ਤੇਰੀ ਆਤਮਾ ਹੈਗੀ, ਔਰ ਸੱਚ ਔਰ ਝੂਠ ਤੇਰਾ ਸਾਰਾ ਜਾਣਦੀ ਆ, ਔਰ ਹਮੇਸ਼ਾ ਸੱਚ ਬੋਲਦੀ ਆ। ਉਹ ਹਮੇਸ਼ਾ ਸੱਚ ਬੋਲਦੀ ਆ, ਗਲਤ ਕਰ ਰਿਹਾ ਪਿਆਰਿਆ, ਹਮੇਸ਼ਾ ਤੈਨੂੰ ਵਾਰਨਿੰਗ ਦਿੰਦੀ ਆ। ਉਹ ਹੈ ਭਾਈ ਤੂੰ ਉਹ ਹੈਗਾ, ਤੇਰਾ ਅਸਲੀ ਰੂਪ ਉਹ ਹੈਗਾ। ਪ੍ਰਭ ਨੇੜਾ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਕਹਿੰਦੇ ਹੋ ਸਾਰੀ ਸ੍ਰਿਸ਼ਟੀ ਉਹੀ ਹੈਗੀ, ਉਹੀ ਜੋਤ ਹੈ ਮਾਲਕ ਪਰਮਾਤਮਾ ਦੀ। ਆ ਗੇਮ ਨੂੰ ਸਮਝ ਲਾ। ਆ ਜਿਹੜਾ ਚੋਗਾ ਪਾਇਆ ਮਾਲਕ ਪਰਮਾਤਮਾ ਨੇ, ਧੋਖਾ ਜਿਹੜੀ ਹੈਗੀ ਆ, ਇਹ ਮਾਇਆ ਜਿਹੜੀ ਹੈਗੀ ਆ ਮਾਲਕ ਨੇ ਸੁੱਟੀ ਹੋਈ ਆ। ਸਮਝ ਲੈ ਇਹਨੂੰ ਭਾਈ। ਪ੍ਰਭ ਨੇੜਾ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਬਾਈ। ਸਾਰੀ ਸ੍ਰਿਸ਼ਟੀ ਉਹ ਇੱਕੋ ਹੀ ਮਾਲਕ ਪਰਮਾਤਮਾ ਦਾ ਹੀ ਰੂਪ ਆ। ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਕਹਿੰਦੇ ਉਹ ਇੱਕੋ ਹੀ ਮਾਲਕ ਆ, ਉਹਦੀ ਕਾਰ ਆ ਸਾਰੀ ਦੀ ਸਾਰੀ। ਏਕ ਓਂਕਾਰ, ਉੱਥੇ ਓਂਕਾਰ ਲਿਖਤਾ, ਓਮ ਨਮः ਲਿਖਤਾ, ਇੱਕ ਓਂਕਾਰ ਲਿਖਤਾ। ਇੱਥੇ ਏਕ ਓਂਕਾਰ ਅਵਰ ਨਹੀਂ ਦੂਜਾ, ਕੋਈ ਦੂਸਰਾ ਨਹੀਂ ਹੈਗਾ। ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਇੱਕ ਕਿਆ ਮਾਲਕ ਪਰਮਾਤਮਾ ਉਹ ਸਾਰੀ ਸ੍ਰਿਸ਼ਟੀ ਸਮਾਇਆ। ਤੂੰ ਵੀ ਜਿਹੜਾ ਹੈਗਾ ਇੱਕ ਦੇ ਨਾਲ ਜੁੜੇਗਾ ਤੇ ਤੂੰ ਵੀ ਉਹਦੇ ਵਿੱਚ ਸਮਾ ਜਾਏਗਾ। ਤੇਰੀ ਮਾਇਆ ਵਿੱਚ ਜਿਹੜੀ ਹੈ ਵਿਚਾਰ, ਇਹ ਜਾਲ ਜਿਹੜਾ ਹੈਗਾ ਨਿਕਲ ਜਾਏਗਾ ਇਸ ਤੋਂ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਏ। 6ਵਾਂ ਆ ਗਿਆ। ਇਸ ਕਰਤੇ ਕੋ ਆਇਆ ਕਰਤਾ ਪਾਏ। ਹੁਣ ਕਹਿੰਦੇ ਕਿਵੇਂ ਮੈਂ ਜੁੜਾਂ ਮਾਲਕ ਪਰਮਾਤਮਾ ਦੇ ਨਾਲ, ਕਿਵੇਂ ਮੈਂ ਇਹਨੂੰ ਫੜ ਕੇ ਰੱਖਾਂ, ਇਹ ਸੱਚ ਨੂੰ ਕਿਵੇਂ ਫੜਾਂ, ਮੈਂ ਸੱਚ ਕਿਵੇਂ ਹੋਵਾਂ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਅਫਰਿਓ। ਤੇ ਇਹ ਵੀ ਫੜਿਆ ਨਹੀਂ ਜਾਂਦਾ। ਤੇ ਮੇਰਾ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹ ਤਾਂ ਮੈਗਲ ਹੋਇਆ ਪਿਆ, ਉਹ ਤਾਂ ਅਫਾਰਾ ਚੜਿਆ ਪਿਆ ਉਹਨੂੰ ਹਉਮੈ ਦਾ।
ਉਹ ਤਾਂ ਪੂਰਾ ਜਿਹੜਾ ਹੈਗਾ ਜਿਸ ਤਰ੍ਹਾਂ ਪੂਰਾ ਬਸਟ ਹੋਣ ਤੇ ਜਾ ਰਿਹਾ ਭਾਈ, ਸਿਟੀ ਤੇ ਸਿਟੀ ਚੱਲ ਰਹੀ ਹੈ ਉਹਦੀ, ਤੁਲਿਓ ਨਾ ਜਾਏ, ਉਹ ਤਾਂ ਤੋਲਿਆ ਹੀ ਨਹੀਂ ਜਾਂਦਾ ਭਾਈ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਮਾਇਆ ਜਿਹੜੀ ਹੈਗੀ, ਫਿਰ ਜਿਹੜੀ ਹੈਗੀ ਮਾਇਆ ਤੋਲ ਦੇ ਵਿੱਚ ਉੱਚੀ ਹੋ ਜਾਂਦੀ ਹੈ ਜ਼ਿਆਦਾ, ਮਾਇਆ ਦੀ ਜਿਹੜੀ ਹੈ ਪ੍ਰਾਇਰਟੀ ਹੋ ਜਾਂਦੀ ਹੈ, ਮਾਇਆ ਭਾਰੂ ਹੋ ਜਾਂਦੀ ਹੈ। ਬਸ ਕਿਉਂ ਮਾਇਆ ਭਾਰੂ ਹੋ ਗਈ ਭਾਈ, ਨਹੀਂ ਮਾਲਕ ਪਰਮਾਤਮਾ ਵੱਲ ਜਿਹੜਾ ਹੈਗਾ ਨਹੀਂ ਜਾਂਦਾ ਇਨਸਾਨ। ਇਸ ਕਰਤੇ ਕੋ ਨਹੀਂ ਇਹਨੂੰ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੇ ਧਿਆਨ ਵਿੱਚ ਜਾਂਦਾ ਇਨਸਾਨ, ਇੱਕ ਦਾ ਧਿਆਨ ਸਮ ਦ੍ਰਿਸ਼ਟੀ ਨਹੀਂ ਹੁੰਦਾ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਆਫਰਿਓ ਤੁਲਿਓ ਨਾ ਜਾਏ, ਕਿਉਂ ਨਹੀਂ ਹੁੰਦਾ? ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਠਗੋਰੀ ਪਾਈ। ਉਹ ਪਿਆਰਿਆ, ਮਾਇਆ ਦੇ ਦੀਵਾਨਿਆਂ, ਉਹ ਅਮਲੀਆ, ਜਾਗ ਜਾਗ ਜਾਗ। ਪ੍ਰਾਣ ਸ਼ਕਤੀ ਹੈਗੀ, ਇਨਸਾਨ ਦਾ ਜਾਮਾ ਹੈਗਾ, ਸਵਾਸ ਹੈਗੇ, ਸਰੀਰ ਹੈਗਾ, ਜਾਗਲਾ ਝੂਠ ਠਗੋਰੀ ਪਾਈ। ਮਾਲਕ ਨੇ ਜਿਹੜੀ ਹੈਗੀ ਠੱਗ ਬੂਟੀ ਪਾਈ ਹੋਈ ਆ ਪਿਆਰਿਆ, ਠੱਗ ਬੂਟੀ ਝੂਠੀ ਪਾਈ ਹੋਈ ਆ, ਮਾਇਆ ਝੂਠੀ ਪਾਈ ਹੋਈ ਆ। ਜਾਗਲਾ ਜਾਗਲਾ ਜਾਗਲਾ, ਮਾਇਆ ਦੇ ਦੀਵਾਨਿਆਂ ਜਾਗਲਾ, ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਠਗੋਰੀ ਪਾਈ। ਓਏ ਹੋਏ ਹੋਏ, ਓਹੋ, ਸਲੂਟ ਹੈ ਜੀ ਮਹਾਰਾਜ ਜੀ, ਸਲੂਟ ਹੈ ਮਹਾਰਾਜ ਜੀ, ਸਲੂਟ ਹੈ। ਵਾਹ ਜੀ ਵਾਹ, ਕਮਾਲ ਕੀਤੀ ਪਈ ਹੈ, ਕਮਾਲ ਕੀਤੀ ਪਈ ਹੈ। ਜੇ ਹੁਣ ਵੀ ਨਾ ਜਾਗੀਏ ਤੇ ਫਿਰ ਬਾਣੀ ਦਾ ਕੀ ਕਸੂਰ ਹੈ ਭਾਈ। ਇਸ ਕਰਤੇ ਕੋ ਕਿਉਂ ਗਹਿ ਰਾਖੋ, ਅਫਰਿਓ ਤੁਲਿਓ ਨਾ ਜਾਏ, ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਠਗੋਰੀ ਪਾਈ। ਲੱਭ ਲੋਭ ਮੁਹਤਾਜ ਵਿਗੂਤੇ। ਆਹ ਦੇਖੋ, ਕਹਿੰਦੇ ਖਾਣ ਦੇ ਵਿੱਚ, ਦੇਖੋ ਖਾਣ ਦੇ ਵਿੱਚ ਤੇ ਲੋਭ ਦੇ ਲਾਲਚ, ਪਦਾਰਥਾਂ ਦਾ ਲਾਲਚ, ਇਹ ਭੋਗ ਵਿਲਾਸ ਸਾਰਾ ਜਿਹੜਾ ਹੈਗਾ ਇਹਦੇ ਵਿੱਚ ਹੀ ਮੁਹਤਾਜ ਹੈ ਇਨਸਾਨ। ਇਹਦਾ ਮੁਹਤਾਜ ਕਹਿੰਦੇ ਆ, ਜਿਹੜਾ ਭਿਖਾਰੀ ਬਣਿਆ ਪਿਆ ਇਹਦੇ ਪਿੱਛੇ। ਇਹੀ ਚਾਹੀਦਾ ਉਹਨੂੰ, ਸਿਰਫ ਸਵਾਦ ਸਵਾਦ ਸਵਾਦ, ਸਿਰਫ ਸਵਾਦ। ਲੱਭ ਲੋਭ ਮੁਹਤਾਜ ਵਿਗੂਤੇ ਕਹਿੰਦੇ ਆ, ਖੁਆਰ ਹੋ ਰਹੇ, ਗਲਤ ਜੀਵਨ, ਗਲਤ ਪਾਸੇ ਜਿਹੜਾ ਹੈਗਾ ਵੇਸਟ ਕਰ ਰਹੇ ਆਪਣਾ ਮਨੁੱਖੀ ਜੀਵਨ ਨੂੰ ਸਵਾਸਾਂ ਨੂੰ ਸਾੜ ਰਹੇ ਆ। ਆਪ ਖੁਦ ਇੰਨੇ ਕੀਮਤੀ ਜਿਹੜਾ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਸੁੱਟ ਰਹੇ ਆ ਭਾਈ। ਅਬ ਲੱਭ ਲੋਭ ਮੁਹਤਾਜ, ਇਹਦਾ ਮੁਹਤਾਜ ਹੋਇਆ ਪਿਆ ਇਨਸਾਨ। ਮੁਹਤਾਜ ਕਹਿੰਦੇ ਜਿਹੜਾ ਬਸ ਬਿਲਕੁਲ ਜਿਹੜਾ ਹੈਗਾ ਕਮਲਾ ਹੋਇਆ ਪਿਆ। ਲੱਭ ਲੋਭ ਮੁਹਤਾਜ ਵਿਗੂਤੇ, ਇਬ ਤਬ ਫਿਰ ਪਛਤਾਏ। ਕਹਿੰਦੇ ਹੁਣ ਵੀ ਤੇ ਬਾਅਦ ਵਿੱਚ ਵੀ, ਸਰੀਰ ਜਾਣ ਦੇ ਬਾਅਦ ਵਿੱਚ ਵੀ ਪਛਤਾਉਣਾ ਹੀ ਪਛਤਾਉਣਾ ਰਹਿ ਜਾਣਾ ਤੇਰੇ ਕੋਲ। ਵੇ ਮਨੁੱਖੀ ਜੂਨ ਗਵਾ ਲਈ ਭਾਈ, ਮੈਂ ਗਵਾ ਲਈ। ਲੱਭ ਲੋਭ ਮੁਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ। ਹਾਲੇ ਵੀ ਸਮਾਂ ਹੈਗਾ ਪਿਆਰਿਆ, ਹਾਲੇ ਵੀ ਸਮਾਂ ਹੈਗਾ, ਹਾਲੇ ਵੀ ਇੱਕ ਦੇ ਨਾਲ ਜੁੜ ਸਕਦਾ ਹੈ। ਸਰੇਵੈ ਲਿਖਿਆ ਹੋਇਆ ਹੈ, ਸੇਵਾ ਕਰ ਸਕਦਾ ਹੈ ਉਸ ਮਾਲਕ ਪਰਮਾਤਮਾ ਦੀ। ਹਾਲੇ ਵੀ ਚਾਂਸ ਹੈਗਾ, ਹਾਲੇ ਵੀ ਸਮਾਂ ਹੈਗਾ ਤੇਰੇ ਕੋਲ। ਬਸ ਦੇਖੋ ਕਿੰਨਾ ਜਿਹੜਾ ਹੈਗਾ, ਕਿੰਨੀ ਜਿਹੜੀ ਹੈਗੀ ਆਪਾਂ ਨੂੰ ਮਹਾਰਾਜ ਜਿਹੜੇ ਹੈਗੇ ਆ, ਕਿੰਨਾ ਬਾਣੀ ਕਿੰਨਾ ਜ਼ੋਰ ਪਾ ਰਹੀ ਹੈ, ਗੁਰੂ ਕਿੰਨਾ ਜ਼ੋਰ ਪਾ ਰਿਹਾ। ਦੇਖੋ ਇਹਨੂੰ ਕਹਿੰਦੇ ਆ ਭਾਈ, ਉਹਨਾਂ ਨੂੰ ਕੀ ਇੰਟਰਸਟ ਹੈਗਾ। ਆ ਸਾਰਾ ਜਿਹੜਾ ਹੈਗਾ ਇੰਨਾ ਗਿਆਨ ਜਿਹੜਾ ਹੈਗਾ, ਇੰਨਾ ਜਿਹੜਾ ਹੈਗਾ ਆਪਣੇ ਪ੍ਰੈਕਟੀਕਲ ਨੂੰ ਜਿਹੜਾ ਹੈਗਾ ਇਹ ਕਲਮਬੱਧ ਕਰਕੇ ਆਪਣੇ ਤੱਕ ਦਿੱਤਾ ਹੈ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ। ਕਹਿੰਦੇ ਆਵਣ ਜਾਣਾ ਤੇਰਾ ਰਹਿ ਜਾਏਗਾ ਭਾਈ, ਜੇ ਆ ਚੀਜ਼ ਜਿਹੜੀ ਹੈਗੀ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਜਾਏਗਾ। ਤੇ ਜੇ ਕਿਤੇ ਸਰੇਵਾ ਦਾ ਮਤਲਬ ਹੁੰਦਾ ਹੈ ਬਈ ਆ ਕਰਨ ਵਾਲਾ ਕੰਮ ਹੈਗਾ। ਇੱਕ ਸਰੇਵਾ, ਇੱਕ ਨੂੰ ਸਰੇਵਾ ਮਤਲਬ ਇੱਕ ਦਾ ਧਿਆਨ ਕਰਨਾ, ਸਿਮਰਨ ਕਰਨਾ, ਯਾਦ ਕਰਨਾ, ਨਾਮ ਜਪਣਾ। ਇੱਕ ਸਰੇਵਾ, ਆ ਸਰੇਵਾ ਹੈਗਾ, ਇੱਕ ਦੀ ਭਗਤੀ ਕਰ ਲੈ, ਪ੍ਰੇਮਾ ਭਗਤੀ। ਆ ਪ੍ਰੈਕਟੀਕਲ ਦੀ ਗੱਲ ਕਰ ਰਹੇ ਆ। ਇੱਕ ਸਰੇਵੇ ਦਾ ਮਤਲਬ ਇਹਦੇ ਵਿੱਚ ਸਾਰਾ ਕੁਝ ਆ ਗਿਆ ਪ੍ਰੈਕਟੀਕਲ। ਇੱਕ ਸਰੇਵਾ
ਤਾਂ ਗਤ ਮਿਤ ਭਾਵੈ, ਤਾਂ ਤੇਰੀ ਵੀ ਜਿਹੜੀ ਹੈਗੀ ਆ ਉੱਚੀ ਅਵਸਥਾ ਹੋ ਜਾਏਗੀ ਤੇਰੀ ਵੀ। ਤਾਂ ਮਾਲਕ ਦੇ ਨਾਲ ਤੇਰਾ ਜਿਹੜਾ ਹੈਗਾ ਗੰਢ ਤੁੱਪ ਹੋ ਜਾਏਗਾ, ਮਾਲਕ ਦੇ ਬਾਰੇ ਗਿਆਨ ਪਤਾ ਲੱਗ ਜਾਏਗਾ, ਮਾਲਕ ਦੇ ਬਾਰੇ। ਇੱਕ ਸਰੇਵੈ ਤਾਂ ਗਤ ਮਿਤ ਭਾਵੈ, ਆਵਣ ਜਾਣ ਰਹਾਈ। ਔਰ ਤੇਰਾ ਜਿਹੜਾ ਹੈਗਾ ਇਹ ਆਉਣਾ ਜਾਣਾ ਜਿਹੜਾ ਇਹ ਸਾਈਕਲ ਜਿਹੜਾ ਹੈਗਾ, ਇਹ ਜਨਮ ਮਰਨ ਦਾ ਗੇੜ ਜਿਹੜਾ ਹੈਗਾ, ਇਹ ਜਿਹੜਾ ਹੈਗਾ ਰੁਕ ਜਾਏਗਾ ਭਾਈ। ਇੱਥੇ ਹੀ ਆਪਾਂ ਸੰਕੋਚਦੇ ਹਾਂ ਜੀ। ਫੁੱਲਾਂ ਚੁੱਕਾਂ ਦੀ 6 ਹੋ ਗਏ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। खालसा वाहिगुरू जी की फतेह। खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ वाहिगुरू जी का खालसा वाहिगुरू जी की फतेह। साध संगत जी, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜਿਹੜੀ ਬਾਜ਼ਾਰ ਚੱਲੀ ਜਾਂਦੀ ਸੀ ਆਪਣੇ ਹਾਂਜੀ ਆਪਣੀ ਜਿਹੜੀ ਪਹਿਲਾਂ ਗੱਲ ਚੱਲੀ ਦੀ ਉਹ ਰਿਕਾਰਡਿੰਗ ਹੋਈ ਹੈ ਜੀ? ਹਾਂਜੀ ਹਾਂਜੀ ਬਿਲਕੁਲ ਹੋਈ ਆ। ਆ ਜਿਓ ਮੈਂ ਸੁਣੂਗਾ ਜੀ, ਰਹਿ ਗਈ ਸੀ ਮੇਰੀ। ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬਹੁਤ ਧੰਨਵਾਦ। ਹਾਂਜੀ ਹਾਂਜੀ ਰਿਕਾਰਡਿੰਗ ਮੈਂ ਦੇਖ ਲੈਣਾ ਭਾਈ। ਹਾਂ ਹੋ ਰਹੀ ਹੈ ਰਿਕਾਰਡਿੰਗ। ਵਾਹਿਗੁਰੂ